ਸਾਡੇ ਨਾਲ ਮੌਜੂਦ ਨੇ ਹਰਜੋਤ ਕਮਲ ਜਿਹੜੇ ਕਿ ਹੁਣ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਜੁਆਇਨ ਕਰ ਲਿੱਤੀ ਗਈ ਹੈ। ਕਿਉਂ ਐਦਾਂ ਦਾ ਕਿਹੜਾ ਕਾਰਨ ਆ ਗਿਆ ਜਿਹੜੀ ਤੁਹਾਡੀ ਟਿਕਟ ਕੱਟ ਕੇ ਮਲਿਕਾ ਸੂਦ ਨੂੰ ਜਿਹੜੀ ਟਿਕਟ ਦੇ ਦਿੱਤੀ? ਕਿ ਮੈਂ ਕਾਂਗਰਸ ਨੂੰ ਨਹੀਂ ਛੱਡਿਆ, ਕਾਂਗਰਸ ਨੇ ਮੈਨੂੰ ਡ੍ਰੌਪ ਕਰਤਾ, ਉਹਨਾਂ ਨੇ ਮੈਨੂੰ ਛੱਡ ਦਿੱਤਾ। ਕੱਲ੍ਹ ਨੂੰ ਕੋਈ ਸੋਹਣਾ ਜਵਾਈ ਲੱਭ ਜੇ ਤਾਂ ਫਿਰ ਕੁੜੀ ਨੂੰ ਕਹੀਦਾ ਵੀ ਇਹਨੂੰ ਛੱਡ ਕੇ ਹੁਣ ਹੋਰ ਕਰ ਲੈ। ਆਹ ਗੱਲ ਹੀ ਮੇਰੇ ਨਾਲ ਹੋਈ ਹੈ। ਨੁਕਸ ਉਹਨਾਂ ਕੋਲੋਂ ਕੋਈ ਨਹੀਂ ਕੱਢਿਆ ਗਿਆ, ਸਿਰਫ ਇਸ ਕਰਕੇ ਛੱਡਤਾ ਵੀ ਅੱਜ ਕੋਈ ਮੇਰੇ ਤੋਂ ਹੋਰ ਉਹਨਾਂ ਨੂੰ ਵਧੀਆ ਮਿਲ ਗਿਆ। ਸੁਣਨ ਨੂੰ ਮਿਲਿਆ ਸੀਗਾ ਜਿਹੜੀ ਕਾਂਗਰਸ ਦੀ ਟਿਕਟ ਦੇ ਦਿੱਤੀ ਗਈ ਹੈ ਸੂਦ ਪਰਿਵਾਰ 'ਚ, ਜਿਹੜੀ ਉਹਦੀ ਟਿਕਟ ਹੈ ਲੁਧਿਆਣੇ ਦਿੱਤੀ ਜਾਣੀ ਸੀ ਆਤਮ ਨਗਰ 'ਚ। ਇਹ ਮੈਂ ਗੱਲ ਸੁਣੀ ਹੈ ਕਿ ਪਹਿਲਾਂ ਉੱਥੇ ਤੈਅ ਹੋਇਆ ਸੀ। ਕਿਹੜੀ ਗੱਲ ਹੋ ਗਈ ਉੱਥੇ ਨਹੀਂ ਟਿਕਟ ਦਿੱਤੀ ਤੇ ਤੁਹਾਡੀ ਟਿਕਟ ਕੱਟ ਕੇ ਉਹਨੂੰ ਇੱਥੇ ਦੇਣੀ ਗਈ? ਜੇ ਉਹ ਐਡਾ ਵੱਡਾ ਕੋਈ ਸਟਾਰ ਇਹਨਾਂ ਨੂੰ ਲੱਗਦਾ ਸੀ, ਵੱਡਾ ਚਿਹਰਾ ਸੀ, ਬੈਂਸ ਸਾਹਿਬ ਦੇ ਉਲਟ ਲੜਾਉਂਦੇ, ਇਹਨਾਂ ਨੂੰ ਲੜਾਉਂਦੇ ਮਜੀਠੀਆ ਸਾਹਿਬ ਦੇ ਉਲਟ, ਇਹਨਾਂ ਨੂੰ ਲੜਾਉਂਦੇ ਸੁਖਬੀਰ ਸਾਹਿਬ ਦੇ ਉਲਟ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਕਰੋਲ ਪੰਜਾਬ ਦੇਖ ਰਹੇ ਹੋ ਤੁਸੀਂ। ਮੈਂ ਹਾਂ ਸੌਰਵ ਅਰੋੜਾ। ਅੱਜ ਅਸੀਂ ਮੋਗਾ ਸ਼ਹਿਰ ਦੇ ਵਿੱਚ ਪਹੁੰਚੇ ਹਾਂ ਤੇ ਗੱਲਬਾਤ ਕਰਨ ਨੂੰ ਸਾਡੇ ਨਾਲ ਮੌਜੂਦ ਨੇ ਹਰਜੋਤ ਕਮਲ ਜਿਹੜੇ ਕਿ ਹੁਣ ਕਾਂਗਰਸ ਪਾਰਟੀ ਨੂੰ ਛੱਡ ਕੇ ਬੀਜੇਪੀ ਜੁਆਇਨ ਕਰ ਲਿੱਤੀ ਗਈ ਹੈ। ਕੀ ਕਾਰਨ ਰਹੇ ਕਿ ਜਿਹੜੀ ਪਾਰਟੀ ਸੀ ਕਾਂਗਰਸ ਪਾਰਟੀ ਦੇ ਵਿੱਚੋਂ ਮੌਜੂਦਾ ਐਮਐਲਏ ਸੀਗੇ, ਕਿਉਂ ਨਹੀਂ ਪਾਰਟੀ ਨੇ ਟਿਕਟ ਦਿੱਤੀ? ਹਰਜੋਤ ਜੀ ਪਹਿਲੇ ਤਾਂ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਥੈਂਕ ਯੂ ਸੌਰਵ। ਮੈਂ ਤੁਹਾਡਾ ਵੀ ਔਰ ਤੁਹਾਡੇ ਸਕਰੋਲ ਚੈਨਲ ਦਾ ਵੀ ਧੰਨਵਾਦ ਕਰਦਾ। ਤੁਸੀਂ ਸਪੈਸ਼ਲੀ ਚੰਡੀਗੜ੍ਹ ਤੋਂ ਚੱਲ ਕੇ ਆਏ ਹੋ ਔਰ ਮੈਨੂੰ ਆਪਣੇ ਸਾਰੇ ਸਰੋਤਿਆਂ ਦੇ ਦਰਸ਼ਕਾਂ ਦੇ ਰੂਬਰੂ ਕਰਾਉਣ ਲੱਗੇ। ਸਾਰਿਆਂ ਨੂੰ ਵੀ ਮੇਰੀ ਫਤਿਹ ਹੈ ਜਿੰਨੇ ਤੁਹਾਡੇ ਚੈਨਲ ਰਾਹੀਂ ਦੇਖ ਰਹੇ ਅੱਜ। ਹਰਜੋਤ ਜੀ ਐਮਐਲਏ ਰਹੇ ਹੋ, ਮੌਜੂਦਾ ਐਮਐਲਏ ਸੀਗੇ ਤੁਸੀਂ, ਤੇ ਕਿਉਂ ਐਦਾਂ ਦਾ ਕਿਹੜਾ ਕਾਰਨ ਆ ਗਿਆ ਜਿਹੜੀ ਤੁਹਾਡੀ ਟਿਕਟ ਕੱਟ ਕੇ ਮਲਿਕਾ ਸੂਦ ਨੂੰ ਜਿਹੜੀ ਟਿਕਟ ਦੇ ਦਿੱਤੀ? ਦੇਖੋ, ਜਿਹਦਾ ਨਾਂ ਹੀ ਨਹੀਂ ਸਾਰਿਆਂ ਨੂੰ ਲੈਣਾ ਆਉਂਦਾ ਉਹ ਗਾਂ ਕੀ ਉਹਦੇ ਤੋਂ ਕੰਮ ਕਰਾ ਲੈਣਗੇ। ਮੈਂ ਪਹਿਲਾਂ ਤਾਂ ਤੁਹਾਡੀ ਗੱਲ ਦਾ ਸੌਰਵ ਜੀ ਇਹ ਜਵਾਬ ਦੇ ਦੇਵਾਂ ਕਿ ਤੁਸੀਂ ਮੈਨੂੰ ਇਹ ਕਿਹਾ ਕਿ ਇੱਦਾਂ ਦੇ ਕੀ ਹੋ ਗਿਆ ਕਿ ਮੈਂ ਕਾਂਗਰਸ ਛੱਡ ਕੇ ਬੀਜੇਪੀ 'ਚ ਆ ਗਿਆ, ਕਾਂਗਰਸ ਨੇ ਟਿਕਟ ਕਿਉਂ ਨਹੀਂ ਦਿੱਤੀ? ਟਿਕਟ ਕਿਉਂ ਨਹੀਂ ਦਿੱਤੀ ਇਹ ਇੱਕ ਵੱਡਾ ਪ੍ਰਸ਼ਨ ਹੈਗਾ। ਔਰ ਜਿਹੜਾ ਤੁਸੀਂ ਪਹਿਲਾਂ ਕਿਹਾ ਕਿ ਮੈਂ ਕਾਂਗਰਸ ਛੱਡ ਕੇ, ਮੈਂ ਤੁਹਾਨੂੰ ਵੀ ਔਰ ਤੁਹਾਡੇ ਦਰਸ਼ਕਾਂ ਨੂੰ ਵੀ ਦੱਸਣਾ ਚਾਹੁੰਦਾ ਕਿ ਮੈਂ ਕਾਂਗਰਸ ਨੂੰ ਨਹੀਂ ਛੱਡਿਆ, ਕਾਂਗਰਸ ਨੇ ਮੈਨੂੰ ਡ੍ਰੌਪ ਕਰਤਾ, ਉਹਨਾਂ ਨੇ ਮੈਨੂੰ ਛੱਡ ਦਿੱਤਾ। ਮੈਂ ਪਿਛਲੇ 22 ਸਾਲ ਤੋਂ ਯੂਥ ਕਾਂਗਰਸ ਤੋਂ ਲੈ ਕੇ ਕਾਂਗਰਸ ਨਾਲ ਚੱਲਿਆ ਔਰ ਮਿਹਨਤ ਕੀਤੀ ਹੈ ਮੋਗੇ ਦੇ ਵਿੱਚ, ਬਿਨਾਂ ਕੋਈ ਪੋਲੀਟੀਕਲ ਬੈਕਗਰਾਊਂਡ ਦੇ, ਆਪਣੇ ਆਪ ਉਸ ਪਰਮਾਤਮਾ ਨਾਲ ਤੇ ਮੋਗੇ ਦੇ ਲੋਕਾਂ ਦੀ ਅਪਾਰ ਕਿਰਪਾ ਦੇ ਨਾਲ ਇੱਥੇ ਤੱਕ ਪਹੁੰਚਿਆ ਔਰ ਮੋਗੇ ਤੋਂ ਉਸ ਔਖੇ ਸਮੇਂ 'ਚ ਕਾਂਗਰਸ ਦੀ ਟਿਕਟ ਦੇ ਉੱਤੇ ਸੀਟ ਜਿੱਤ ਕੇ ਦਿੱਤੀ ਉਹਨਾਂ ਨੂੰ। ਸੋ ਅੱਜ ਹਾਲਾਤ ਇਹ ਬਣ ਗਏ ਕਿ ਜੇ ਮੈਂ ਤਸੱਲੀ ਮੇਰੀ ਹੋ ਜਾਂਦੀ ਜੇ ਉਹ ਮੇਰੇ 'ਤੇ ਕਹਿੰਦੇ ਕਿ ਇਹਨੇ ਚਿੱਟਾ ਬਕਵਾਇਆ, ਇਹ ਨਜਾਇਜ਼ ਦਾਰੂ ਬਕਾਉਂਦਾ ਸੀ, ਜਾਂ ਮੇਰਾ ਕੋਈ ਰੇਤਾ ਦਾ ਜਾਂ ਬਜਰੀ ਦਾ ਕੰਮ ਚੱਲਦਾ ਹੁੰਦਾ, ਜਾਂ ਮੇਰੀ ਕੋਈ ਇਸ ਤਰ੍ਹਾਂ ਦੀ ਨੈਗੇਟਿਵਿਟੀ ਹੁੰਦੀ ਕਿ ਇਹਦਾ ਹਲਕੇ 'ਚ ਹੀ ਨਹੀਂ ਵੜਿਆ, ਜਾਂ ਮੇਰੇ 'ਤੇ ਇਹ ਇਲਜ਼ਾਮ ਲੱਗਦੇ ਕਿ ਇਹਨੇ ਕੋਈ ਕੰਮ ਨਹੀਂ ਕਰਾਇਆ, ਜਾਂ ਮੇਰੇ 'ਤੇ ਇਹ ਇਲਜ਼ਾਮ ਲੱਗਦੇ ਵੀ ਇਹ ਬੰਦੇ ਦੀ ਤਾਂ ਧੌਣ 'ਚ ਕਿੱਲਾ ਸੀ, ਇਹ ਤਾਂ ਬਦ ਦਿਮਾਗ ਸੀ, ਲੋਕਾਂ ਨੂੰ ਮਾੜੇ ਬਿਹੇਵੀਅਰ ਵਾਲਾ ਸੀਗਾ ਇਹ, ਫਿਰ ਤਾਂ ਮੈਂ ਕਹਿੰਦਾ ਕਿ ਮੇਰੇ 'ਚ ਆਹ ਕਮੀ ਸੀ ਤਾਂ ਉਹਨਾਂ ਨੇ ਛੱਡਤਾ। ਨੁਕਸ ਉਹਨਾਂ ਕੋਲੋਂ ਕੋਈ ਨਹੀਂ ਕੱਢਿਆ ਗਿਆ, ਸਿਰਫ ਇਸ ਕਰਕੇ ਛੱਡਤਾ ਵੀ ਅੱਜ ਕੋਈ ਮੇਰੇ ਤੋਂ ਹੋਰ ਉਹਨਾਂ ਨੂੰ ਵਧੀਆ ਮਿਲ ਗਿਆ। ਆਪਾਂ ਸੌਰਵ ਜੀ ਧੀ ਪੁੱਤ ਵਿਆਹੁੰਦੇ ਹਾਂ, ਨੋ ਮਾੜੀ ਵੀ ਆ ਜਾਂਦੀ ਆ, ਕਈ ਵਾਰੀ ਜਵਾਈ ਬਹੁਤਾ ਸੋਹਣਾ ਨਹੀਂ ਵੀ ਹੁੰਦਾ, ਅਤੇ ਕੱਲ੍ਹ ਨੂੰ ਕੋਈ ਸੋਹਣਾ ਜਵਾਈ ਲੱਭ ਜੇ ਤਾਂ ਫਿਰ ਕੁੜੀ ਨੂੰ ਕਹੀਦਾ ਵੀ ਇਹਨੂੰ ਛੱਡ ਕੇ ਹੁਣ ਹੋਰ ਕਰ ਲੈ। ਸੋ ਆਹ ਗੱਲ ਹੀ ਮੇਰੇ ਨਾਲ ਹੋਈ ਹੈ। ਇੱਕ ਫਿਰ ਵੀ ਮੈਂ ਇਸ ਗੱਲ 'ਤੇ ਵੀ ਤਸੱਲੀ ਪ੍ਰਗਟ ਕਰ ਲੈਂਦਾ ਕਿ ਕੋਈ ਮੇਰੀ ਮੋਗੇ ਦੀ ਸੀਟ ਜਿਹੜੀ ਸੀ ਇਹਨਾਂ ਨੂੰ ਖਤਰੇ 'ਚ ਲੱਗਦੀ ਹੁੰਦੀ ਕਿ ਹਰਜੋਤ ਕਮਲ ਮੋਗੇ ਤੋਂ ਹਾਰਦਾ ਆ, ਤਾਂ ਫਿਰ ਇਹ ਕਿਸੇ ਨੂੰ ਸੈਲੀਬ੍ਰਿਟੀ ਨੂੰ ਟਿਕਟ ਦਿੰਦੇ। ਸੈਲੀਬ੍ਰਿਟੀ ਨੂੰ ਦੀ ਭੈਣ ਨੂੰ ਟਿਕਟ ਦੇਣਾ ਇਹ ਮੈਨੂੰ ਰੜਕਿਆ ਵੀ ਆ, ਚੁੱਭਿਆ ਵੀ ਆ। ਔਰ ਜਿਸ ਢੰਗ ਦੇ ਨਾਲ ਮੇਰੀ ਪਾਰਟੀ ਦੇ ਸੀਨੀਅਰਸ ਨੇ, ਚਾਹੇ ਉਹ ਨਵਜੋਤ ਸਿੱਧੂ ਜੀ ਪ੍ਰਧਾਨ ਨੇ ਪੰਜਾਬ ਪ੍ਰਦੇਸ਼ ਕਾਂਗਰਸ ਦੇ, ਚਾਹੇ ਚਰਨਜੀਤ ਚੰਨੀ ਜੀ ਮੁੱਖ ਮੰਤਰੀ ਨੇ ਅੱਜ ਪੰਜਾਬ ਦੇ, ਜਿਸ ਤਰੀਕੇ ਨਾਲ ਉਹਨਾਂ ਨੇ ਮੈਨੂੰ ਤੇ ਮੇਰੇ ਸਾਥੀਆਂ ਨੂੰ ਇਗਨੋਰ ਕੀਤਾ,
ਉਹ ਕਿਤੇ ਨਾ ਕਿਤੇ ਦਿਲ 'ਚ ਚੁੱਭਿਆ। ਔਰ ਉਹ ਮੈਨੂੰ ਤੇ ਮੇਰੇ ਸਾਥੀਆਂ ਨੂੰ ਉਹਨਾਂ ਨੇ ਕਾਂਗਰਸ ਨੇ ਛੱਡ ਦਿੱਤਾ, ਅਸੀਂ ਨਹੀਂ ਕਾਂਗਰਸ ਛੱਡੀ। ਜਿੱਦਾਂ ਦੇਖਦੇ ਆ ਸੈਲੀਬ੍ਰਿਟੀ ਨੇ ਜਿਹੜੇ ਨੇ, ਤੇ ਹੁਣ ਜਿਹੜਾ ਟਾਕਰਾ ਹੈ, ਕਿਉਂਕਿ ਉਹ ਵੀ ਪਹਿਲੀ ਵਾਰ ਖੜੇ ਆ, ਤੁਸੀਂ ਦੂਜੀ ਵਾਰ ਹੋ, ਤੇ ਉਧਰ ਆਮ ਆਦਮੀ ਪਾਰਟੀ ਦੀ ਵੀ ਉਹ ਵੀ ਪਹਿਲੀ ਵਾਰ ਖੜੇ ਆ, ਕਿਹਦੇ ਨਾਲ ਫਾਈਟ ਕਿਹਦੇ ਨਾਲ ਹੋ ਸਕਦੀ ਹੈ ਤੁਹਾਡੀ? ਕਿਸਾਨ ਵੀ ਆ ਗਏ ਮੈਦਾਨ ਦੇ ਵਿੱਚ, ਉਧਰੋਂ ਅਕਾਲੀ ਦਲ ਦੇ ਨੇ ਵੀ ਆਏ। ਦੇਖੋ ਇਹ ਹੁਣ 4-5 ਧਿਰਾਂ ਹੈਗੀਆਂ, ਇਹਦਾ ਤਾਂ ਫੈਸਲਾ ਜਨਤਾ ਨੇ ਕਰਨਾ ਜਾਂ ਉਸ ਪਰਮਾਤਮਾ ਨੇ ਕਰਨਾ। ਸੋ ਮੈਂ ਕਿਸੇ ਨੂੰ ਵੀ ਇਸ ਗੱਲ ਵਾਸਤੇ ਨਹੀਂ ਕਹਿਣਾ ਕਿ ਉਹਦੇ ਨਾਲ ਹੈ ਜਾਂ ਇਹਦੇ ਨਾਲ ਹੈ। ਦੇਖੋ 10 ਨੂੰ ਨਿਕਲੂਗੀ। ਔਰ ਮੈਂ ਪਰ ਇੰਨਾ ਮੈਨੂੰ ਭਰੋਸਾ ਕਿ ਪਰਮਾਤਮਾ ਦਾ ਔਰ ਮੋਗੇ ਦੇ ਲੋਕਾਂ ਦਾ ਜਿਹੜਾ ਪਿਆਰ ਆ ਤੇ ਮੇਰੇ ਸਿਰ ਤੇ ਆਸ਼ੀਰਵਾਦਾਂ ਦਾ ਹੱਥ ਆ, ਉਹ 10 ਤਰੀਕ ਦੇ ਨਤੀਜਿਆਂ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲ ਜੂਗਾ। ਪਰ ਮੈਨੂੰ ਸੁਣਨ ਨੂੰ ਮਿਲਿਆ ਸੀਗਾ ਜਿਹੜੀ ਕਾਂਗਰਸ ਦੀ ਟਿਕਟ ਦੇ ਦਿੱਤੀ ਗਈ ਹੈ ਸੂਦ ਪਰਿਵਾਰ ਚੋਂ, ਜਿਹੜੀ ਉਹਦੀ ਟਿਕਟ ਹੈ ਲੁਧਿਆਣੇ ਦਿੱਤੀ ਜਾਣੀ ਸੀ, ਆਤਮ ਨਗਰ 'ਚ। ਇਹ ਮੈਂ ਗੱਲ ਸੁਣੀ ਹੈ ਕਿ ਪਹਿਲਾਂ ਉੱਥੇ ਤੈਅ ਹੋਇਆ ਸੀ, ਕਿਹੜੀ ਗੱਲ ਹੋ ਗਈ ਉੱਥੇ ਨਹੀਂ ਟਿਕਟ ਦਿੱਤੀ ਤੇ ਤੁਹਾਡੀ ਟਿਕਟ ਕੱਟ ਕੇ ਉਹਨੂੰ ਇੱਥੇ ਦੇਣੀ ਪੈ ਗਈ? ਦੇਖੋ ਇਹ ਗੱਲ ਤੁਹਾਡੀ ਬਿਲਕੁਲ ਠੀਕ ਹੈ। ਕੱਲਾ ਆਤਮ ਨਗਰੀ ਕਿਉਂ, ਜੇ ਕਿਸੇ ਸੈਲੀਬ੍ਰਿਟੀ ਨੂੰ, ਜੇ ਉਹ ਐਡਾ ਵੱਡਾ ਕੋਈ ਸਟਾਰ ਇਹਨਾਂ ਨੂੰ ਲੱਗਦਾ ਸੀ ਤਾਂ ਫਿਰ ਉਹਨਾਂ ਨੂੰ ਲੜਾਉਂਦੇ, ਜਿਵੇਂ ਤੁਸੀਂ ਕਿਹਾ ਆਤਮ ਨਗਰ 'ਚ ਵੱਡਾ ਚਿਹਰਾ ਸੀ, ਬੈਂਸ ਸਾਹਿਬ ਦੇ ਉਲਟ ਲੜਾਉਂਦੇ, ਇਹਨਾਂ ਨੂੰ ਲੜਾਉਂਦੇ ਮਜੀਠੀਆ ਸਾਹਿਬ ਦੇ ਉਲਟ, ਇਹਨਾਂ ਨੂੰ ਲੜਾਉਂਦੇ ਸੁਖਬੀਰ ਸਾਹਿਬ ਦੇ ਉਲਟ, ਕੋਈ ਭਗਵੰਤ ਮਾਨ ਜੀ ਦੇ ਉਲਟ ਲੜਾਉਂਦੇ। ਫਿਰ ਉਹਦਾ ਜੇ ਵਾਕਿਆ ਹੀ ਉਹਦਾ ਐਡਾ ਕੱਦ ਬੁੱਤ ਸੀ ਤਾਂ ਫਿਰ ਉਹਨੂੰ ਉਸ ਕੱਦ ਬੁੱਤ ਨਾਲ ਲੜਾਉਣਾ ਚਾਹੀਦਾ ਸੀ। ਹਰਜੋਤ ਕਮਲ ਤੇ ਨਿਮਾਣਾ ਜਿਹਾ ਬੰਦਾ, ਉਹਨੂੰ ਉਹਦੀ ਟਿਕਟ ਕੱਟ ਕੇ ਇੱਥੇ ਮੋਗੇ 'ਚ ਦੇਣ ਨੂੰ ਕੋਈ, ਮੈਨੂੰ ਨਹੀਂ ਲੱਗਿਆ ਕਿ ਕੋਈ ਐਡਾ ਵੱਡਾ ਕੋਈ ਮੋਹਰੇ ਚਿਹਰਾ ਸੀਗਾ ਜਿਹਦੇ 'ਚ ਸੋਨੂ ਸੂਦ ਹੀ ਲੜਾਈ ਦੇ ਸਕਦਾ ਸੀ। ਪਰ ਮੈਂ ਕਹਿੰਦਾ ਚਲੋ ਸੋਨੂ ਸੂਦ ਜੀ ਨੂੰ ਵੀ ਦਿੱਤੀ ਹੁੰਦੀ, ਉਹਨਾਂ ਦੀ ਭੈਣ ਦਾ ਤਾਂ ਹਰਜੋਤ ਕਮਲ ਦੀ ਟਿਕਟ ਜਿਹਦੀ ਕੱਟੀ ਆ। ਇੱਕ ਪਾਸੇ ਮੈਂ ਆਪਣੇ ਲੋਕਾਂ ਨੂੰ ਹੀ ਤੁਹਾਡੇ ਜ਼ਰੀਏ ਇਹ ਗੱਲ ਕਹਿਣਾ ਕਿ ਇੱਕ ਪਾਸੇ ਹਰਜੋਤ ਕਮਲ ਦੇਖ ਲਓ, ਪਿਛਲੇ ਹਾਲਾਂਕਿ ਮੈਂ 22 ਸਾਲ ਤੋਂ ਕਾਂਗਰਸ 'ਚ ਯੂਥ ਵੇਲੇ ਤੋਂ, ਪਰ 15 ਸਾਲ ਤੋਂ ਐਕਟਿਵਲੀ ਮੋਗੇ 'ਚ ਲੱਗਿਆ। 10 ਸਾਲ ਪਹਿਲਾਂ ਲਾਏ ਆ, 5 ਸਾਲ ਬਤੌਰ MLA ਲਾਏ ਆ। ਜਿੰਨਾ ਮੇਰਾ ਲੋਕਾਂ ਨਾਲ ਵਰਤਾਰਾ ਆ, ਮੈਂ ਲੋਕਾਂ ਨੂੰ ਵਿਚਰਦਾ ਆ, ਲੋਕਾਂ ਦੇ ਵਿੱਚ ਆਉਣਾ ਜਾਣਾ ਆ, ਹਰ ਖੁਸ਼ੀ ਗਮੀ ਦੇ ਉੱਤੇ, ਛੋਟੇ ਛੋਟੇ ਫੰਕਸ਼ਨਾਂ 'ਚ ਵੀ ਜਿੰਨਾ ਮੈਂ ਮੋਗੇ ਦੇ ਵਿੱਚ ਕੰਮ ਕੀਤੇ ਆ, ਚਾਹੇ ਉਹ ਡਿਵੈਲਪਮੈਂਟ ਦੀਆਂ ਸੜਕਾਂ ਦੀ ਗੱਲ ਕਰ ਲਓ, ਗਲੀਆਂ ਦੀ ਗੱਲ ਕਰ ਲਓ, ਦੂਸਰੇ ਜਿੰਨੇ ਕੰਮ ਹੈਗੇ ਆ, ਸਿਵਲ ਹਸਪੀਟਲ ਦੀ ਵੱਡੀ ਬਿਲਡਿੰਗ ਬਣਾਈ ਆ ਜੱਚਾ ਬੱਚਾ ਦੀ 4.5 ਕਰੋੜ ਦੀ। ਇਸੇ ਤਰੀਕੇ ਦੇ ਨਾਲ ਉਹਦੇ 'ਚ ਦੇਖੋ ਲਿਫਟਾਂ, AC, ਬੈੱਡ ਦੇ ਉੱਤੇ ਆਕਸੀਜਨ ਦੀਆਂ ਪਾਈਪਾਂ। ਆਕਸੀਜਨ ਦੀ ਬੜੀ ਸਮੱਸਿਆ ਰਹੀ ਆ ਸਾਰੇ ਹਿੰਦੁਸਤਾਨ 'ਚ, ਇੱਥੇ 2 ਆਕਸੀਜਨ ਜਨਰੇਟਰ ਹੀ ਲਾ ਦਿੱਤੇ, ਜਿੱਥੇ ਆਕਸੀਜਨ ਇੱਥੇ ਹੀ ਬਣੂਗੀ, ਇੱਥੇ ਹੀ ਦੇ ਹੋਊਗੀ, ਸਿਲੰਡਰ ਭਰਾਉਣ ਦੀ ਦਿੱਕਤ ਨਹੀਂ। ਸੋ ਇਸੇ ਤਰ੍ਹਾਂ ਹੀ ਸੈਂਟਰ ਗੌਰਮੈਂਟ ਦਾ ਪ੍ਰੋਜੈਕਟ ਸੀਗਾ, ਪੰਜਾਬ 'ਚ 2 ਹੀ ਆਏ ਸੀ, ਉਹਨਾਂ 'ਚੋਂ ਇੱਕ ਮੈਂ ਮੋਗੇ ਵਾਸਤੇ ਲੈ ਕੇ ਆਂਦਾ, ਆਯੂਸ਼ ਦਾ ਹਸਪੀਟਲ, ਉਹ ਜਿਹੜਾ ਸਾਡਾ ਵਾਰਡ ਨੰਬਰ 49 ਹੈਗਾ ਦੁੰਨੇ ਕੇ, ਉੱਥੇ ਉਹ ਹਸਪੀਟਲ ਬਣ ਕੇ ਤਿਆਰ ਹੋ ਗਿਆ ਬਿਲਕੁਲ। 16 ਤਰੀਕ ਨੂੰ ਸ਼ਾਇਦ ਜਿੱਦਣ ਨਵਜੋਤ ਸਿੱਧੂ ਆਏ ਆ ਉਦਣ ਉਹਦਾ ਉਦਘਾਟਨ ਰੱਖਿਆ ਪਿਆ ਸੀ, ਸਿਹਤ ਮੰਤਰੀ ਜੀ ਨੇ ਆਉਣਾ ਸੀ, ਪਰ ਵਿੱਚ ਹੀ ਸਿੱਧੂ ਸਾਹਿਬ ਨੇ ਆਪਦਾ ਪ੍ਰੋਗਰਾਮ ਕਰ ਲਿਆ, ਉਹਦੇ ਕਰਕੇ ਉਹ ਰਹਿ ਗਿਆ। ਅਦਰਵਾਈਜ਼ ਉਹ ਵੀ ਲਿਫਟਾਂ ਆਏ ਸੀ, ਇਹ ਉਹ 4 ਮੰਜ਼ਿਲਾਂ ਦਾ 50 ਬੈੱਡ ਦਾ ਹਸਪੀਟਲ ਬਿਲਕੁਲ ਰੈਡੀ ਹੈਗਾ ਖੜਾ। ਤੁਸੀਂ ਇੰਨੇ ਵਿਕਾਸ ਗਿਣਾਤੇ, ਤੁਸੀਂ ਇੰਨੇ ਵਿਕਾਸ ਕੀਤੇ, 20 ਸਾਲ ਪੁਰਾਣੇ ਜੁੜੇ ਹੋ, ਇੱਕ ਸੈਲੀਬ੍ਰਿਟੀ ਦੀ ਭੈਣ ਨੂੰ ਲੈ ਕੇ, ਪਹਿਲੀ ਗੱਲ ਤਾਂ ਇਹ ਬੜੀ ਵੱਡੀ ਗੱਲ ਹੈ ਕਿ ਉਹਨੂੰ ਆਪ ਖੁਦ ਮੁੱਖ ਮੰਤਰੀ ਉਹਦੇ ਘਰ ਜੁਆਇਨ ਕਰਾਉਣ ਆਉਂਦੇ ਆ। ਮੈਂ ਆਪਣੀ ਲਾਈਫ 'ਚ ਨਹੀਂ ਦੇਖਿਆ ਕਿਸੇ ਨੂੰ ਕਿ ਮੁੱਖ ਮੰਤਰੀ ਕਿਸੇ ਦੇ ਘਰ ਆਵੇ ਜੁਆਇਨਿੰਗ ਕਰਾਏ, ਜਾਂ ਤਾਂ ਦਿੱਲੀ ਹੁੰਦੀ ਹੈ ਜਾਂ ਚੰਡੀਗੜ੍ਹ ਹੁੰਦੀ ਹੈ। ਇੱਦਾਂ ਦੇ ਕਿਹੜੇ ਕਾਰਨ ਸੀ ਘਰ ਆ ਕੇ ਜੁਆਇਨਿੰਗ ਕਰਾਉਣੀ ਪਈ? ਦੇਖੋ ਇਹ ਤਾਂ ਹੁਣ ਉਹ ਮੁੱਖ ਮੰਤਰੀ ਨੂੰ ਜਾਂ ਨਵਜੋਤ ਸਿੱਧੂ ਪ੍ਰਧਾਨ ਜੀ ਨੂੰ ਪਤਾ ਹੋਣਾ ਕਿ ਉਹ ਐਡਾ ਲੈਵਲ ਲੋ ਕਰਕੇ ਆਏ ਹੈਗੇ ਆ, ਮੋਗੇ ਚੱਲ ਕੇ ਆਏ ਆ, ਪਤਾ ਨਹੀਂ ਉਹਨਾਂ ਨੂੰ। ਹੀ ਕੈਨ ਰਿਪਲਾਈ, ਹੀ ਔਰ ਬੋਥ ਦੇ ਕੈਨ ਰਿਪਲਾਈ ਬੈਟਰ ਕਿ ਇਹ ਐਡੀ ਕਿੱਡੀ ਕੁ ਮਜਬੂਰੀ ਸੀ। ਇੱਕ ਸਟਾਰ ਵੀ ਨਹੀਂ ਉਹਦੀ ਭੈਣ ਨੂੰ ਜੁਆਇਨ ਕਰਾਉਣ ਆਏ, ਔਰ ਸਟਾਰ ਸਾਹਿਬ ਤਾਂ ਅੰਦਰੋਂ ਕਮਰੇ 'ਚੋਂ ਹੀ ਨਹੀਂ ਨਿਕਲੇ ਉਹਨਾਂ ਨੂੰ ਮਿਲਣ ਵੀ, ਔਰ ਨਾ ਉਹਨਾਂ ਨੇ ਕਾਂਗਰਸ ਜੁਆਇਨ ਹੀ ਕੀਤੀ ਹੈ। ਪਰ ਇਹ ਮੈਂ ਆਪਣੇ ਮੋਗੇ ਦੇ ਲੋਕਾਂ ਦੇ ਉੱਤੇ ਔਰ ਤੁਹਾਡੇ ਦਰਸ਼ਕਾਂ ਦੇ ਉੱਤੇ ਛੱਡਦਾ ਕਿ ਇੱਕ ਉਹ ਹਰਜੋਤ ਕਮਲ ਆ ਜਿਹੜਾ
ਰਿਕਸ਼ੇ ਤੇ ਰੇਹੜੀ ਵਾਲਿਆਂ ਦੇ ਨਾਲ ਵੀ ਜੱਫੀ ਪਾ ਕੇ ਮਿਲਦਾ, ਹਮੇਸ਼ਾ ਨੀਵਾਂ ਹੋ ਕੇ ਰਿਹਾ, ਆਪਣੇ ਬਜ਼ੁਰਗਾਂ ਦੇ ਆਪਣੀਆਂ ਮਾਵਾਂ ਦੇ ਪੈਰੀਂ ਹੱਥ ਲਾ ਕੇ ਹਮੇਸ਼ਾ ਲੰਘਦਾ ਹੈਗਾ। ਔਰ ਬੱਚਿਆਂ ਨੂੰ, ਆਪਣੀਆਂ ਬੇਟੀਆਂ ਨੂੰ, ਭੈਣਾਂ ਨੂੰ, ਮਾਵਾਂ ਨੂੰ, ਸਾਥੀਆਂ ਨੂੰ, ਦੋਸਤਾਂ ਨੂੰ ਆਪਣੇ ਪਰਿਵਾਰ ਵਾਂਗੂ ਗਲੇ ਲੱਗ ਕੇ ਪਿਆਰ ਨਾਲ ਮਿਲਦਾ ਰਹਿੰਦਾ। ਔਰ ਦੂਜੇ ਪਾਸੇ ਉਹ ਆ ਜਿਹੜੇ ਕਹਿੰਦੇ ਕੁਰਸੀ ਤਾਂ ਸਾਡੇ ਪਿੱਛੇ ਪਿੱਛੇ ਕਦੋਂ ਦੀ ਫਿਰਦੀ ਸੀ, ਸਾਡਾ ਹੀ ਨਹੀਂ ਸੀ ਪਤਾ ਵੀ ਅਸੀਂ ਕਿਹੜੀ ਪਾਰਟੀ 'ਚ ਜਾਈਏ। ਸੋ ਇੱਕ ਕੰਪੈਰੀਜ਼ਨ ਆ। ਹਰਜੋਤ ਕਮਲ 15 ਸਾਲ ਤੋਂ ਲੋਕਾਂ 'ਚ ਵਿਚਰਿਆ ਔਰ ਹਰਜੋਤ ਕਮਲ ਹੁਣ ਵੀ ਇਸੇ ਤਰ੍ਹਾਂ ਲੋਕਾਂ 'ਚ ਵਿਚਰਦਾ ਔਰ ਇਸੇ ਤਰ੍ਹਾਂ ਵਿਚਰਦਾ ਰਹੂਗਾ। ਸੋ ਦੂਜੇ ਪਾਸੇ ਇਹ ਹੈਗਾ ਜਿਹੜੇ 15 ਦਿਨ ਵੀ ਨਹੀਂ ਪਹਿਲਾਂ ਜੁਆਇਨ ਕੀਤੇ ਕਾਂਗਰਸ, 15 ਦਿਨ ਵੀ ਨਹੀਂ ਹੋਏ, ਸਿਰਫ ਕਿਸੇ ਕੋਈ ਸਾਈਕਲ ਵੰਡ ਕੇ ਜਾਂ ਮਾਸਕ ਵੰਡ ਕੇ, ਤਾਂ ਮੈਂ ਨਹੀਂ ਸਮਝਦਾ ਕਿ ਬਹੁਤ ਵੱਡੀ ਕੋਈ ਮਾਰਕਾ ਮਾਰ ਲਿਆ। ਇਦੋਂ ਤਾਂ ਮੈਂ ਕਰੋਨਾ ਦੇ ਦਿਨਾਂ ਵਿੱਚ ਇਹ ਉਦੋਂ ਕਿੱਥੇ ਸੀਗੇ, ਮੋਗੇ 'ਚ ਕੋਈ ਲੱਭਦਾ ਹੀ ਨਹੀਂ ਸੀ। ਮੈਂ ਘਰ ਘਰ ਤੱਕ ਰਾਸ਼ਨ ਵੰਡਾਇਆ, 4 ਵੈਂਟੀਲੇਟਰ ਦਵਾਏ, 5 ਪੈਰਾਮੀਟਰਸ ਦਵਾਏ, 2-2 ਵਜੇ ਰਾਤ ਨੂੰ ਆਪਣੇ ਹੌਸਪੀਟਲ 'ਚ ਗੇੜੇ ਮਾਰਦਾ ਰਿਹਾ, ਸਿਵਲ ਹੌਸਪੀਟਲ 'ਚ। ਔਰ ਇਸ ਸੇਵਾ ਦੇ ਨਾਲ ਕਰੋਨਾ ਵੀ ਕਰਾ ਲਿਆ। ਫਿਰ ਜਦੋਂ ਮੈਂ ਠੀਕ ਹੋਇਆ ਤਾਂ ਐਂਟੀਬਾਡੀਜ਼ ਟੈਸਟ ਕਰਵਾ ਕੇ ਮੈਂ ਮੈਡੀਕਲ ਕਾਲਜ 'ਚ ਪਲਾਜ਼ਮਾ ਵੀ ਡੋਨੇਟ ਕਰਕੇ ਆਇਆ। ਦੱਸੇ ਕੋਈ ਇਹਨਾਂ 'ਚੋਂ ਕਿਸੇ ਨੇ ਇੰਨਾ ਕੰਮ ਕਰੋਨਾ ਕਾਲ ਦੇ ਦੌਰਾਨ ਜਾਂ ਉਹਦੇ ਤੋਂ ਅੱਗੇ ਪਿੱਛੇ ਕੀਤਾ ਹੋਵੇ। ਸੋ ਇਹ ਤਾਂ ਲੋਕਾਂ ਨੇ ਹੁਣ ਉਹਨਾਂ ਦੀ ਕਚਹਿਰੀ 'ਚ ਫੈਸਲਾ ਉਹ ਦੋਹੀਂ ਤੱਕੜੀ ਦੇ ਵਿੱਚ ਪਾ ਕੇ ਦੇਖ ਲੈਣ। ਇੱਕ ਉਸ ਹਰਜੋਤ ਕਮਲ ਨੂੰ ਦੇਖ ਲੈਣ ਜਿਹੜਾ ਲੋਕਾਂ ਦੇ ਸਾਹਮਣੇ ਹਮੇਸ਼ਾ ਪਿਆਰ ਤੇ ਸਤਿਕਾਰ ਨਾਲ ਪੇਸ਼ ਆਇਆ, ਨੀਵਾਂ ਹੋ ਕੇ ਪੇਸ਼ ਆਇਆ। 15 ਸਾਲ ਤੋਂ ਲੋਕਾਂ ਦੇ ਘਰਾਂ ਦੇ ਵਿੱਚ, ਦਰਾਂ ਦੇ ਵਿੱਚ, ਉਹਨਾਂ ਦੇ ਵਿਆਹ ਸ਼ਾਦੀਆਂ 'ਤੇ, ਉਹਨਾਂ ਦੀਆਂ ਖੁਸ਼ੀਆਂ ਗਮੀਆਂ 'ਤੇ, ਉਹਨਾਂ ਦੇ ਭੋਗ ਜਗਰਾਤਿਆਂ 'ਤੇ, ਉਹਨਾਂ ਦੇ ਬੱਚਿਆਂ ਦੇ ਜਨਮ ਦਿਨਾਂ ਤੱਕ ਵੀ ਉਸ ਆਪਣੇ ਪਰਿਵਾਰ ਵਾਂਗੂ ਮੋਗੇ ਨਾਲ ਮਿਲਦਾ ਰਿਹਾ। ਔਰ ਦੂਜੇ ਪਾਸੇ ਉਹ ਸੈਲੀਬ੍ਰਿਟੀਜ਼ ਨੇ ਜਿਨ੍ਹਾਂ ਨੇ ਮੇਰਾ ਖਿਆਲ ਹੁਣ ਵੀ ਉਹ ਸਾਲ 'ਚ 2 ਵਾਰੀ ਆਉਂਦੇ ਹੋਣਗੇ, ਹੁਣ ਮਹੀਨੇ ਪਿੱਛੋਂ 1 ਵਾਰੀ ਆ ਜਾਇਆ ਕਰੂਗੇ। ਮੁੜ ਕੇ ਪਿੱਛੋਂ ਤਾਂ ਕੀ ਲੱਭਣਾ। ਹੁਣ ਵੀ ਪੱਤਰਕਾਰ ਭਾਈਚਾਰਾ ਦੱਸਦਾ ਕਿ ਬਾਈਟ ਲੈ ਕੇ ਉਦੋਂ ਬਾਅਦ ਦਰਵਾਜ਼ਾ ਬੰਦ ਹੋ ਜਾਂਦਾ। ਮੇਰੇ ਕੌਂਸਲਰ ਕੁਛ ਚਲੇ ਗਏ ਸੀ, ਉਹ ਮੁੜ ਕੇ ਆਏ ਆ। ਉਹ ਕਹਿੰਦੇ ਜੀ ਉੱਥੇ ਤਾਂ ਜਿੰਨਾ ਪਿਆਰ ਤੁਹਾਡੇ ਕੋਲੋਂ ਮਿਲਦਾ ਉੱਥੇ ਤਾਂ ਬਾਉਂਸਰ ਖੜੇ ਕੀਤੇ ਹੋਏ ਆ ਮੂਹਰੇ। ਸੋ ਇਹ ਜਿਹੜੇ ਲੋਕ ਭੱਜ ਕੇ ਇੱਕ ਸੈਲੀਬ੍ਰਿਟੀ ਚਿਹਰੇ ਵੱਲੋਂ ਗਏ ਸੀਗੇ ਜਾਂ ਉਹਨਾਂ ਦੀ ਭੈਣ ਨੂੰ ਦੇਖ ਕੇ ਭੱਜ ਕੇ ਗਏ ਸੀ, ਉਹ ਲੋਕ ਵਿੱਚੋਂ ਮੁੜਨੇ ਸ਼ੁਰੂ ਹੋ ਗਏ। ਔਰ ਲੋਕ ਮੈਨੂੰ ਆਪ ਇਹ ਗੱਲ ਐਕਸੈਪਟ ਕਰਦੇ ਆ ਵੀ ਜੋ ਪਿਆਰ ਤੇਰੇ ਕੋਲੋਂ ਮਿਲਦਾ ਉੱਥੇ ਓਪਰਾਪਨ ਬਹੁਤ ਆ। ਸੈਲੀਬ੍ਰਿਟੀ ਦੀ ਤੁਸੀਂ ਗੱਲ ਕੀਤੀ, ਮਾਨਸਾ ਤੋਂ ਵੀ ਸਿੱਧੂ ਮੂਸੇਵਾਲ ਨੂੰ ਟਿਕਟ ਦਿੱਤੀ। ਸੈਲੀਬ੍ਰਿਟੀ ਕਿਉਂ ਅਟੈਕਟ ਹੋ ਰਹੇ ਨੇ, ਉਹਨਾਂ ਨੂੰ ਕਿਉਂ ਇਸ ਲਾਈਨ 'ਚ ਲਿਆਂਦਾ ਜਾ ਰਿਹਾ ਹੈ ਕਿ ਇਹਨਾਂ ਨੂੰ ਕਿਤੇ ਨਾ ਕਿਤੇ ਡਰ ਹੈ ਕਿ ਅਸੀਂ ਹਾਰ ਜਾਾਂਗੇ, ਸਾਡੀ ਸਰਕਾਰ ਨਹੀਂ ਬਣੂਗੀ। ਸੈਲੀਬ੍ਰਿਟੀ ਲਿਆ ਕੇ ਕਿ ਕੋਈ ਗਾਣੇ ਗਾ ਰਿਹਾ, ਵਧੀਆ ਉਹਦਾ ਟੈਕਟ ਹੈ ਜੀ, ਗਾਣੇ ਵਾਲੇ ਨੂੰ ਦੇ ਦਿਓ, ਸੈਲੀਬ੍ਰਿਟੀ ਦੀ ਭੈਣ ਨੂੰ ਦੇ ਦਿਓ। ਇੱਦਾਂ ਦੇ ਕਾਰਨ ਕਿਉਂ ਹੋ ਰਹੇ ਨੇ? ਜਦੋਂ ਜਹਾਜ਼ ਡੁੱਬਣ ਵਾਲਾ ਹੁੰਦਾ ਨਾ ਜੀ, ਪਹਿਲਾਂ ਫਿਰ ਉਹ ਇਸ ਤਰ੍ਹਾਂ ਦੀਆਂ ਹਰਕਤਾਂ ਉਹਦੇ 'ਚੋਂ ਦਿਸਣ ਲੱਗ ਪੈਂਦੀਆਂ ਹੁੰਦੀਆਂ, ਚੂਹੇ ਇੱਧਰ ਉੱਧਰ ਭੱਜਣ ਲੱਗ ਪੈਂਦੇ ਹੁੰਦੇ। ਸੋ ਕਾਂਗਰਸ ਦਾ ਜੋ ਗ੍ਰਾਫ ਹੈਗਾ ਉਹ ਪਿਛਲੇ 60-70 ਸਾਲ ਜਿਸ ਪਾਰਟੀ ਨੇ ਹਿੰਦੁਸਤਾਨ ਲੈਵਲ 'ਤੇ ਰਾਜ ਕੀਤਾ ਹੋਵੇ ਔਰ ਸਾਰੀਆਂ ਸਟੇਟਾਂ 'ਚ ਉਹਨਾਂ ਦੀ ਸਰਕਾਰ ਰਹੀ ਹੋਵੇ, ਅੱਜ ਹਾਲਾਤ ਇਹ ਹੈ ਕਿ 7 ਸਾਲ ਹੋ ਗਏ ਸੱਤਾ ਤੋਂ ਬਾਹਰ ਹੋਇਆਂ ਨੂੰ। ਔਰ ਮੈਨੂੰ ਇਸ ਬੀਜੇਪੀ ਦਾ ਬਦਲ ਐ ਨਾ ਸਮਝੋ ਕਿ ਮੈਂ ਬੀਜੇਪੀ ਜੁਆਇਨ ਕਰ ਲਈ, ਮੈਂ ਤਾਂ ਗੱਲ ਕਰਦਾ। ਬੀਜੇਪੀ ਦਾ ਬਦਲ ਦਾ ਆਗੂ ਇਹਨਾਂ ਕੋਲੇ ਮੈਨੂੰ ਕੋਈ ਦਿਸਦਾ ਹੀ ਨਹੀਂ, ਨਾ ਤਾਂ ਰਾਹੁਲ ਗਾਂਧੀ ਜੀ, ਨਾ ਇਹਨਾਂ ਕੋਲੇ ਕੋਈ ਹੋਰ ਤਾਂ ਕਾਹਦਾ ਹੋਣਾ। ਉਸ ਗਾਂਧੀ ਪਰਿਵਾਰ ਤੋਂ ਬਾਹਰਲਾ ਕੋਈ ਬੰਦਾ ਤਾਂ ਲੀਡਰ ਬਣ ਹੀ ਨਹੀਂ ਸਕਦਾ ਦਿੱਲੀ 'ਚ। ਸੋ ਇਸ ਕਰਕੇ ਉਹਨਾਂ ਦੇ ਵਿੱਚ ਗਾਂ ਕੈਲੀਬਰ ਹੀ ਨਹੀਂ ਉਹਨਾਂ ਰਿਹਾ ਕਿ ਉਹ ਜਿਹੜੀ ਹਿੰਦੁਸਤਾਨ ਦੇ ਵਿੱਚੋਂ ਬੀਜੇਪੀ ਦੀ ਸਰਕਾਰ ਹੈ ਉਹਨੂੰ ਬਦਲ ਸਕਣ। ਔਰ ਮੈਂ ਪੰਜਾਬ ਦੇ ਵਿੱਚ ਵੀ ਹਾਲਤ ਅੱਜ ਜੋ ਬਣੀ ਪਈ ਆ, ਮੈਂ ਨਹੀਂ ਸਮਝਦਾ ਕਿ ਕੋਈ ਵੀ ਕਮਲੇ ਤੋਂ ਕਮਲਾ ਬੰਦਾ ਵੀ ਐਨਾਲਿਸਿਸ ਕਰਕੇ ਦੇਖਦਾ ਹੋਵੇ ਅਤੇ ਉਹ ਇਹ ਗੱਲ ਸਮਝ ਲਵੇ ਕਿ ਇਹਨਾਂ ਦੀ ਜਿਹੜੀ ਆ, ਪਹਿਲਾਂ ਤਾਂ ਇੱਕ ਵਾਰੀ ਦੇ ਹਿੱਲੇ 10 ਸਾਲ ਨਹੀਂ ਸੀ ਆਏ ਪੰਜਾਬ 'ਚ। ਹੁਣ ਜੇ ਐਤਕੀ ਇਹ ਤਿਲਕ ਗਏ ਅਤੇ ਇਹਨਾਂ ਨੇ 20-30 ਸਾਲ ਪੰਜਾਬ ਦੇ ਵਿੱਚ ਮੁੜ ਕੇ ਪੈਰਾਂ 'ਤੇ ਨਹੀਂ ਆਉਣਾ। ਮੈਂ ਦੋਨੇ ਹੀ ਚੀਜ਼ਾਂ ਵਿਦ ਲੌਜਿਕ ਗੱਲ ਕਰਦਾ ਕਿ ਪੰਜਾਬ ਦੀ ਗੱਲ ਇਸ ਕਰਕੇ ਮੈਂ ਕਹੀ ਹੈ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਬੜੇ ਧੜੱਲੇਦਾਰ, ਇੱਕ ਵਧੀਆ ਐਡਮਿਨਿਸਟ੍ਰੇਟਰ ਸੀਗੇ।
ਲੋਕਾਂ ਨੇ ਉਹਨਾਂ ਤੇ ਭਰੋਸਾ ਕਰਕੇ 10 ਸਾਲਾਂ ਬਾਅਦ ਕਾਂਗਰਸ ਦੀ ਸਰਕਾਰ ਬਣਾ ਦਿੱਤੀ ਸੀ। ਕੁਝ ਉਹਨਾਂ ਤੇ ਭਰੋਸਾ, ਕੁਝ ਪ੍ਰਸ਼ਾਂਤ ਕਿਸ਼ੋਰ ਨੇ ਜਿਹੜੇ ਉਹ ਕਰ ਦਿੱਤੇ ਸੀ ਵੱਡੇ ਵੱਡੇ ਵਾਅਦੇ, ਉਹਨਾਂ ਦੇ ਉੱਤੇ ਕਿਸੇ ਨੂੰ ਲੈਪਟਾਪ ਤੇ, ਕਿਤੇ ਨੂੰ ਪਾਮ ਟਾਪ ਤੇ, ਕਿਤੇ ਨੂੰ ਮੋਬਾਈਲ ਤੇ, ਕਿਸੇ ਨੂੰ ਕੁਛ ਪਤਾ ਨਹੀਂ ਕੀ ਉਹਨਾਂ ਦੀਆਂ ਗੱਲਾਂ ਤੇ ਲੋਕਾਂ ਨੇ ਫਿਰ ਵੀ ਕੈਪਟਨ ਅਮਰਿੰਦਰ ਸਿੰਘ ਇੱਕ ਵਧੀਆ ਐਡਮਿਨਿਸਟ੍ਰੇਟਰ ਜਾਣੇ ਜਾਂਦੇ ਸੀ ਪਿਛਲੀ 2002 ਤੋਂ 2007 ਦੀ ਉਹਨਾਂ ਦੀ ਸਰਕਾਰ ਦੇ ਕਰਕੇ। ਸੋ ਉਹਦੇ ਕਰਕੇ ਲੋਕਾਂ ਨੇ ਕਿਤੇ ਨਾ ਕਿਤੇ ਭਰੋਸਾ ਕੀਤਾ ਤੇ ਮੁੜ ਕੇ ਕਾਂਗਰਸ 10 ਸਾਲ ਬਾਅਦ ਸੱਤਾ 'ਚ ਆ ਗਈ। ਇਸ ਵੇਲੇ ਜੇ ਹੁਣ ਖੇਡਾ ਖਿੱਲਰ ਗਿਆ, ਖੇਡਾ ਜਿਹੜਾ ਆ ਉਹ ਤੁਹਾਨੂੰ ਖਿੱਲਰਿਆ ਦਿਸਦਾ ਹੀ ਆ, ਕਿਉਂਕਿ ਸਿੱਧੂ ਸਾਹਿਬ ਨੇ ਆਪ ਹੀ ਬਿਆਨ ਦਿੱਤਾ ਵੀ ਕਾਂਗਰਸ ਨੂੰ ਕਾਂਗਰਸੀ ਹੀ ਮਰਾਉਂਦੀ ਹੁੰਦੀ ਹੈ, ਔਰ ਇਵੇਂ ਹੀ ਹੋ ਰਿਹਾ। ਦੋਨੇ ਹੀ ਤਿੰਨੇ ਹੀ ਜਾਣੇ ਜਿਹੜੇ ਆ ਇੱਕ ਦੂਜੇ ਦੇ ਟਿਕਟਾਂ ਨੂੰ ਲੱਗੇ ਪਏ ਆ ਵੀ ਕਿਤੇ ਆ ਉਹਦਾ ਬੰਦਾ ਆ ਉਹ ਨਾ ਕਿਤੇ ਉਹਨੂੰ ਨਾ ਟਿਕਟ ਦੇ ਦਈਏ, ਆ ਉਹਦਾ ਬੰਦਾ ਕਿਤੇ ਉਹਨੂੰ ਨਾ ਟਿਕਟ ਮਿਲ ਜੇ। ਸੋ ਅੱਜ ਕਾਂਗਰਸ ਨੇ ਵੀ ਜੋ ਸਾਡੇ ਸੂਰਜੇਵਾਲਾ ਸਾਹਿਬ ਹੈ ਉਹਨਾਂ ਨੇ ਜੋ ਬਿਆਨ ਦਿੱਤਾ ਪ੍ਰੈਸ ਨੂੰ, ਕਹਿੰਦੇ ਜੀ ਆਉਣ ਵਾਲੇ ਪੰਜਾਬ ਦੇ ਸਾਡੇ 3 ਮੁੱਖ ਮੰਤਰੀ ਹੋਣਗੇ, ਚੰਨੀ ਜੀ ਉਹਨਾਂ ਨੂੰ ਦਲਿਤ ਵਜੋਂ ਉਹਨਾਂ ਨੇ ਪੇਸ਼ ਕਰਤਾ, ਸਿੱਧੂ ਸਾਹਿਬ ਉਹ ਸਿੱਖ ਜੱਟ ਤੋਂ ਵੱਲੋਂ ਪੇਸ਼ ਕਰਤਾ, ਤੇ ਤੀਜਾ ਜਾਖੜ ਸਾਹਿਬ ਵੀ ਉਹ ਹਿੰਦੂ ਚਿਹਰਾ ਪੇਸ਼ ਕਰਤਾ। ਪੰਜਾਬ ਦੇ ਲੋਕ ਐਡੇ ਮੂਰਖ ਨਹੀਂ ਕਿ ਤੁਸੀਂ 3 ਮਹੀਨੇ ਲਈ ਇੱਕ ਦਲਿਤ ਨੂੰ ਮੋਹਰੇ ਲਿਆ ਕੇ ਤਾਂ ਤੁਸੀਂ ਦਲਿਤ ਨੂੰ ਕਹੋ ਵੀ ਸਾਰੇ ਪੰਜਾਬ ਦੇ ਦਲਿਤ ਜਿਹੜੇ ਆ ਉਹ ਮਗਰ ਲੱਗ ਗਏ। ਔਰ ਅੱਜ ਵੀ ਤੁਸੀਂ ਜੇ ਨਾ ਭਾਵੇਂ ਉਹਦਾ ਲੈ ਲਓ, ਪਰ ਸਾਨੂੰ ਪਤਾ ਵੀ ਤੁਸੀਂ ਠੋਕ ਦੇਣਾ। ਜੋ ਤੁਹਾਡੇ ਲੱਛਣ ਆ, ਜੋ ਤੁਹਾਡੇ ਜਿਸ ਤਰੀਕੇ ਨਾਲ ਟਿਕਟਾਂ ਦੀ ਵੰਡ ਹੋ ਰਹੀ ਆ, ਉਹ ਛਿੱਤਰੀ ਦਾਲ ਨਹੀਂ ਵੰਡਦੇ ਹੁੰਦੇ, ਜਿਵੇਂ ਉਹ ਕੰਮ ਚੱਲੀ ਜਾਂਦਾ। ਤੇ ਮੇਰੇ ਵਰਗੇ ਨਿਮਾਣੇ ਦੀ ਟਿਕਟ ਕੱਟ ਕੇ ਉਸ ਬੰਦੇ ਨੂੰ ਜਿਹਦਾ ਮੇਰੇ ਤੇ ਉਹਦੇ ਤੱਕੜੀ 'ਚ ਪਾ ਕੇ ਦੇਖ ਲਓ, ਕੋਈ ਤੁਲਨਾ ਨਹੀਂ ਬਣਦੀ। ਉਹਦੇ ਬਾਵਜੂਦ ਸਿਰਫ ਉਹਦਾ ਇੱਕੋ ਹੀ, ਮੇਰੇ 10 ਪੈਰਾਮੀਟਰਸ ਮੈਂ ਤੁਹਾਨੂੰ ਦਊਂਗਾ, ਉਹਦਾ ਇੱਕੋ ਹੀ ਪੈਰਾਮੀਟਰ ਹੈ ਕਿ ਉਹ ਇੱਕ ਸਟਾਰ ਦੀ ਭੈਣ ਹੈ, ਸੋਨੂੰ ਸੂਦ ਦੀ ਭੈਣ ਹੈ। ਇਦੋਂ ਬਿਨਾਂ ਹੋਰ ਕੋਈ ਕੁਆਲਿਟੀ ਜਾਂ ਕੀ ਪਾਰਟੀ ਨੇ ਦੇਖਿਆ ਮੈਨੂੰ ਨਹੀਂ ਪਤਾ। ਸੋ ਜਦੋਂ ਪਾਰਟੀਆਂ ਇੱਦਾਂ ਦੇ ਫੈਸਲੇ ਕਰਨ ਲੱਗ ਪੈਣ ਵੀ ਉੱਥੋਂ ਆਹ ਸਟਾਰ, ਉੱਥੋਂ ਆਹ ਸਟਾਰ, ਇਹਦਾ ਮਤਲਬ ਉਹਨਾਂ ਕੋਲੇ ਆਪਣਾ ਸਟਾਕ ਮੁੱਕ ਗਿਆ ਜਿਹੜਾ ਉਹ ਬਾਹਰੋਂ ਸਟਾਰਾਂ ਨੂੰ ਲਿਆ ਰਹੇ। ਔਰ ਦੂਜੀ ਗੱਲ ਮੈਂ ਜਿਹੜੀ ਸੈਂਟਰ ਦੀ ਵੀ ਕਹੀ ਸੀਗੀ ਕਿ ਨਾ ਤਾਂ ਇਹਨਾਂ ਕੋਲੇ ਹੁਣ ਪੰਜਾਬ ਦੇ ਵਿੱਚ ਕੈਪਟਨ ਸਾਹਿਬ ਵਰਗਾ ਜਾਂ ਕੋਈ ਇੱਕ ਇੱਦਾਂ ਦਾ ਚਿਹਰਾ ਹੈ ਨਹੀਂ ਠੋਸ ਜਿਹਦੇ ਉੱਤੇ ਇਹ ਮੁੜ ਕੇ ਸਰਕਾਰ ਦਾ ਦਾਅਵਾ ਕਰ ਸਕਣ ਪਿਆ। ਇਹਨੂੰ ਹੁਣ ਹੀ 3 ਚਿਹਰੇ ਪੇਸ਼ ਕਰੀ ਜਾਂਦੇ ਆ। ਸੋ ਐਤਕੀ ਜੋ ਹਾਲਾਤ ਆ, ਪਹਿਲੀ ਲਿਸਟ ਆਈ ਉਹਦੇ 'ਚ ਇੰਨੀਆਂ ਬਗਾਵਤ ਹੋ ਗਈ, ਇੰਨਾ ਜ਼ਿਆਦਾ ਇਹਨਾਂ ਨੇ ਜੋ ਕੀਤਾ, ਲੋਕਾਂ ਨੂੰ ਕੱਢ ਮਾਰਿਆ। ਹੁਣ ਆ ਦੂਜੀ ਲਿਸਟ ਆਈ ਆ, ਉਹ 'ਚ ਸਰਦਾਰ ਅਮਰੀਕ ਸਿੰਘ ਢਿੱਲੋਂ ਵਰਗੇ 4 ਵਾਰੀ ਦੇ ਜਿੱਤੇ ਹੋਏ MLA, ਉਹਨਾਂ ਨੇ ਆਪਣੇ ਪੋਤੇ ਲਈ ਟਿਕਟ ਮੰਗੀ, ਅੱਗੇ ਦਿੱਤੀਆਂ ਹੀ ਆ ਪਿਛਲੀ ਵਾਰੀ। ਚਾਹੇ ਪਾੜਾ ਸਾਹਿਬ ਦੀ ਗੁਰਦਾਸਪੁਰੋਂ ਕਹੋ ਉਹਨਾਂ ਦੇ ਫਾਦਰ ਤੋਂ, ਚਾਹੇ ਕੁਲਬੀਰ ਜ਼ੀਰਾ ਜੀ ਨੂੰ ਉਹਨਾਂ ਦੇ ਫਾਦਰ ਨੇ ਨਹੀਂ ਲਈ, ਉਹਨਾਂ ਨੂੰ ਦੇਤੀ, ਚਾਹੇ ਅੰਗਦ ਸੈਣੀ ਨੂੰ ਨਵੇਂ ਸ਼ਹਿਰ ਤੋਂ ਉਹਨਾਂ ਦੀ ਮਦਰ ਨੇ ਆਪਣੇ ਵਾਲੀ ਦਵਾਤੀ। ਇਸੇ ਤਰੀਕੇ ਦੇ ਨਾਲ ਹੋਰ ਬਹੁਤ ਸਾਰੀਆਂ ਸੀਗੀਆਂ ਜਿਹੜੀਆਂ ਪੇਰੈਂਟਸ ਨੇ ਕਿਹਾ ਕਿ ਅਸੀਂ ਨਹੀਂ, ਹੁਣ ਸਾਡੇ ਬੱਚਿਆਂ ਨੂੰ, ਅਗਲੀ ਪੀੜ੍ਹੀ ਨੂੰ ਦਿਓ। ਸੋ ਇਹ ਜੇ ਢਿੱਲੋਂ ਸਾਹਿਬ ਨੇ ਆਪਣੇ ਪੋਤੇ ਦੀ ਮੰਗ ਲਈ, 4 ਵਾਰੀ 5 ਵਾਰੀ ਦੇ ਜਿੱਤੇ MLA, ਉਹਨਾਂ ਦੇ ਪਰਿਵਾਰ ਨੂੰ ਵੱਢ ਕੇ ਜੁਗਾੜ ਲਾ ਕੇ ਕੋਈ ਹੋਰ ਟਿਕਟ ਲੈ ਗਿਆ। ਇਸੇ ਤਰੀਕੇ ਨਾਲ ਜਿਹੜੇ ਸੁਮਿਤ ਹੈਗੇ ਨੇ ਸਿੱਧੂ ਸਾਹਿਬ ਦਾ ਉਹ ਭਤੀਜਾ ਕਹਿੰਦੇ ਨੇ, ਉਹਨਾਂ ਦੀ ਅਮਰਗੜ੍ਹ ਦੇ ਵਿੱਚ ਕੋਈ ਮੇਰੇ ਖਿਆਲ ਲੈਣ ਦੇਣ ਨਹੀਂ, ਲੱਲਾ ਭੱਬਾ ਨਹੀਂ। ਇਸੇ ਤਰੀਕੇ ਨਾਲ ਬੜੀਆਂ ਟਿਕਟਾਂ ਦੀ ਇਹਨਾਂ ਨੇ ਕਾਣੀ ਵੰਡ, ਛਿੱਤਰੀ ਦਾਲ ਵੰਡੀ ਆ। ਉਹ ਇਹੀ ਇਹਨਾਂ ਦੇ ਪੱਤਣ ਦਾ ਔਰ ਡੁੱਬਣ ਦਾ ਕਾਰਨ ਬਣਨਾ। ਔਰ ਇਹੋ ਜਿਹਾ ਡੁੱਬਣਾ ਕਿ ਮੈਨੂੰ ਤਾਂ ਆਉਣ ਵਾਲਾ ਕਈ ਸਾਲ ਇਹਨਾਂ ਦੇ ਕੋਲੇ ਕੋਈ ਉਹੋ ਜਿਹਾ ਲੀਡਰ ਹੀ ਨਹੀਂ ਠੋਸ ਹੈਗਾ ਜਿਹਦੇ 'ਤੇ ਭਰੋਸਾ ਕਰਕੇ ਇਹਨਾਂ ਦੀ ਸਰਕਾਰ ਦੁਆਰਾ ਲੋਕ ਬਣਾ ਦੇਣਗੇ। ਇਸੇ ਤਰੀਕੇ ਦੇ ਨਾਲ ਮੈਂ ਸੈਂਟਰ ਦੀ ਗੱਲ ਕਰਾਂ, ਨਾ ਤਾਂ ਰਾਹੁਲ ਜੀ ਦਾ ਵਿਜ਼ਨ ਹੈਗਾ, ਨਾ ਲੋਕ ਉਹਨਾਂ ਨੂੰ ਐਕਸੈਪਟ ਹੀ ਕਰਦੇ ਕਿ ਉਹ ਕੋਈ ਬਦਲ ਹੈਗਾ BJP ਦਾ ਜਾਂ ਮੋਦੀ ਸਾਹਿਬ ਦਾ, ਉਹ ਕੋਈ ਬਦਲ ਹੋਵੇ। ਦੂਜੇ ਪਾਸੇ ਮੈਂ ਮੋਟੀ ਜੀ ਗੱਲ ਇੱਕ ਕਰਾਂ ਕਿ ਜਿਹੜੀ ਸੱਤਾ ਹੁੰਦੀ ਹੈ ਉਹ 2 ਚੀਜ਼ਾਂ ਦੇ ਨਾਲ ਚੱਲਦੀ ਹੈ, ਇੱਕ ਸੰਗਠਨ ਨਾਲ ਔਰ ਇੱਕ ਸਿਆਸਤ ਦੇ ਨਾਲ। ਕਾਂਗਰਸ ਕੋਲੇ ਸੰਗਠਨ ਸੀਗੀ, ਸੇਵਾ ਦਲ ਸੀ, ਯੂਥ ਕਾਂਗਰਸ ਸੀ, ਮਹਿਲਾ ਕਾਂਗਰਸ ਸੀ, NSUI ਸੀ, ਇੰਟਕ ਸੀ। ਹੌਲੀ ਹੌਲੀ ਸੰਗਠਨ ਜਿਹੜੇ ਆ ਉਹ ਮਰਦੇ ਗਏ, ਸੱਤਾ ਭਾਰੀ ਹੁੰਦੀ ਗਈ। ਸੰਗਠਨਾਂ ਨੇ ਵੀ ਸੱਤਾ 'ਚ ਆਉਣ ਦੀ ਲਾਲਸਾ, ਯੂਥ ਵੀ ਟਿਕਟ ਮੰਗ ਰਿਹਾ, ਮਹਿਲਾ ਵੀ ਟਿਕਟ ਮੰਗ ਰਹੀ, ਇੰਟਕ ਵੀ ਟਿਕਟ ਮੰਗ ਰਹੀ, NSUI। ਹੌਲੀ ਹੌਲੀ ਸੰਗਠਨਾਂ ਦੇ ਉੱਤੇ ਸੱਤਾ ਭਾਰੀ ਹੁੰਦੀ ਗਈ। ਅੱਜ ਹਿੰਦੁਸਤਾਨ 'ਚ ਵੀ
ਔਰ ਪੰਜਾਬ ਦੇ ਵਿੱਚ ਵੀ ਕਾਂਗਰਸ ਦਾ ਕੋਈ ਸੰਗਠਨ ਹੀ ਨਹੀਂ ਰਿਹਾ। ਪੰਜਾਬ ਦੇ ਵਿੱਚ ਪਿਛਲੇ 5 ਸਾਲ ਦੇਖੋ ਸਰਕਾਰ ਰਹੀ ਹੋਵੇ ਤੇ ਉੱਥੇ ਦਾ ਸੰਗਠਨ ਬਹੁਤ ਮਜ਼ਬੂਤ ਹੋਣਾ ਚਾਹੀਦਾ। ਵਿਰੋਧੀ ਧਿਰ ਦਾ ਜਦੋਂ ਵਿਰੋਧ 'ਚ ਹੁੰਦੇ ਆ ਉਦੋਂ ਤਾਂ ਕਈ ਵਾਰੀ ਨਹੀਂ ਵੀ ਉਹ ਹੁੰਦਾ। ਸਰਕਾਰ 'ਚ ਵੀ ਹਾਲਾਤ ਇਹ ਰਹੇ ਕਿ ਜਾਖੜ ਸਾਹਿਬ ਨੇ 4.5 ਸਾਲਾਂ 'ਚ ਇਕੱਲੇ ਜ਼ਿਲ੍ਹਾ ਪ੍ਰਧਾਨ ਹੀ ਲਾਏ, ਥੱਲੇ ਕੁਛ ਨਹੀਂ ਕੀਤਾ। ਸਿੱਧੂ ਸਾਹਿਬ ਨੂੰ 5-6 ਮਹੀਨੇ ਬਣਿਆ ਨੂੰ ਹੋ ਗਿਆ, ਉਹਨਾਂ ਨੇ ਆ ਕੇ ਉਹਨਾਂ ਵਾਲੇ ਜ਼ਿਲ੍ਹਾ ਪ੍ਰਧਾਨ ਬਦਲ ਕੇ ਹੋਰ ਲਾਤੇ, ਥੱਲੇ ਕੀਤਾ ਫਿਰ ਕੁਛ ਨਹੀਂ। ਹੋਰ ਕੋਈ ਇੱਕ ਵੀ ਅਪੁਆਇੰਟਮੈਂਟ ਜਿਹੜੀ ਆ ਉਹ ਇਹੋ ਜਿਹੀ ਨਹੀਂ ਕੀਤੀ। 4 ਆਪਦੇ ਦਫ਼ਤਰ 'ਚ ਬਹਿਣ ਨੂੰ ਆਪਦੇ ਚੇਤੇ ਜਨਰਲ ਸੈਕਟਰੀ ਲਾ ਲਏ ਤਾਂ ਉਹ ਸੰਗਠਨ ਨਹੀਂ ਹੁੰਦਾ। ਤੋ ਇਸ ਕਰਕੇ ਬੀਜੇਪੀ ਦਾ ਅੱਜ ਸੰਗਠਨ ਬਹੁਤ ਮਜ਼ਬੂਤ ਹੈਗਾ। ਸੋ ਕਦੇ ਵੀ RSS ਟਿਕਟ ਨਹੀਂ ਮੰਗਦੀ, ਕਦੇ ਵੀ। ਇਸ ਕਰਕੇ ਮੈਂ ਕਿਹਾ ਇਹ ਗੱਲ ਵਿਦ ਫੈਕਟਸ ਐਂਡ ਵਿਦ ਲੌਜਿਕ ਕਿ ਜਿਸ ਮਕਾਨ ਦੀਆਂ, ਜਿਸ ਮਹਿਲ ਦੀਆਂ ਨੀਹਾਂ ਮਜ਼ਬੂਤ ਹੋਣ, ਉਹ ਮਹਿਲ ਉਨਾ ਹੀ ਲੰਬਾ ਸਮਾਂ ਖੜਾ ਰਹਿੰਦਾ। ਔਰ ਇਹਦੀਆਂ ਕਾਂਗਰਸ ਦੀਆਂ ਇਹਨਾਂ ਨੇ ਅੱਜ ਨੀਹਾਂ ਆਪ ਹੀ ਖੋਖਲੀਆਂ ਕਰਤੀਆਂ। ਸੋ ਇਹ ਮਹਿਲ ਤਾਂ ਡਿੱਗਣ ਵਾਲਾ। ਔਰ ਅੱਜ ਹਿੰਦੁਸਤਾਨ 'ਚੋਂ ਇਹਨਾਂ ਨੂੰ 7-8 ਸਾਲ ਹੋ ਗਏ ਗਿਆ ਨੂੰ, ਗਾਂਹ ਕੋਈ ਝਾਕ ਨਹੀਂ ਦੀਦੀ। ਜਿਹੜੀਆਂ ਸਟੇਟਾਂ ਹੈਗੀਆਂ ਉਹ 3 ਕੁ 'ਚ ਰਹਿ ਗਏ ਸੀ। ਆ ਪੰਜਾਬ ਦਾ ਤਾਂ ਮੈਨੂੰ ਪਤਾ, ਬਾਕੀਆਂ ਦਾ ਤੁਹਾਨੂੰ ਪਤਾ ਹੋਣਾ। ਜੋ ਹਾਲਾਤ ਬਣੇ ਪਏ ਆ, ਮੈਨੂੰ ਨਹੀਂ ਲੱਗਦਾ ਇਹਨਾਂ ਦੀਆਂ 10-12 ਸੀਟਾਂ ਵੀ ਆ ਜਾਣ। ਹਰਜੋਤ ਜੀ, ਕੈਪਟਨ ਸਾਹਿਬ ਨੇ 4.5 ਸਾਲ ਬਿਤਾਏ ਹੈ। ਉਹ 4.5 ਸਾਲ ਤੇ ਚੰਨੀ ਦੇ 3 ਮਹੀਨੇ ਜਿਹੜੇ ਬਿਤਾਏ ਆ, ਦੋਨਾਂ 'ਚ ਕੀ ਫਰਕ ਸੀ? ਕਿਹਦਾ ਕੰਮ ਹੈ ਜਿਹੜਾ ਤੁਹਾਨੂੰ ਜ਼ਿਆਦਾ ਵਧੀਆ ਲੱਗਿਆ? ਦੇਖੋ, ਕੈਪਟਨ ਸਾਹਿਬ ਦੇ ਮੈਨੂੰ ਬਹੁਤ ਪਿਆਰ ਕਰਦੇ ਰਹੇ। ਉਹ ਮੈਨੂੰ ਹਮੇਸ਼ਾ ਆਪਦਾ ਬੇਟਾ ਕਹਿ ਕੇ ਬੁਲਾਉਂਦੇ ਰਹੇ। ਔਰ ਬਤੌਰ ਤੁਹਾਡੀ ਮੈਂ ਗੱਲ ਕੱਟ ਲੱਗਾ, ਇਹ ਪਿਆਰ ਕਰਕੇ ਤਾਂ ਨਹੀਂ ਤੁਹਾਡੀ ਟਿਕਟ ਜਿਹੜੀ ਕੱਟੀ ਗਈ? ਕੈਪਟਨ ਸਾਹਿਬ ਨਾਲ ਪਿਆਰ ਸੀ ਤੇ ਚੰਨੀ ਸਾਹਿਬ ਨਾਲ ਪਿਆਰ ਬਣਿਆ ਨਹੀਂ? ਨਹੀਂ, ਮੈਂ ਟਿਕਟ ਦਾ ਤਾਂ ਦੱਸ ਦਿੱਤਾ। ਚੰਨੀ ਸਾਹਿਬ ਉਹ ਸ਼ਖਸ ਨੇ ਜਿਨ੍ਹਾਂ ਨੇ ਪਿਛਲੀ ਵਾਰੀ ਮੇਰੀ ਟਿਕਟ ਦਿਵਾਉਣ 'ਚ ਅਹਿਮ ਰੋਲ ਅਦਾ ਕੀਤਾ ਸੀਗਾ। ਹੀ ਵਾਜ਼ ਲੀਡਰ ਆਫ ਆਪੋਜੀਸ਼ਨ ਤੇ ਮੇਰੀ ਸਾਰੇ ਸਰਵਿਆਂ ਦੀਆਂ ਰਿਪੋਰਟਾਂ 'ਚ 1 ਨੰਬਰ ਸੀ। ਤੇ ਇਹਨਾਂ ਨੇ ਉੱਥੇ ਅੰਦਰ ਮੇਰੇ ਵਾਸਤੇ ਇਸ ਗੱਲ ਲਈ ਹਾਮੀ ਭਰੀ ਔਰ ਹਾਂ ਦਾ ਨਾਰਾ ਮਾਰਿਆ ਕਿ ਇਹਦੀਆਂ ਸਰਵੇ ਦੀਆਂ ਰਿਪੋਰਟਾਂ ਜਦੋਂ ਬੈਸਟ ਆ ਤੇ ਇਹਨੂੰ ਮਿਲਣੀ ਚਾਹੀਦੀ। ਸੋ ਇੱਦਾਂ ਦੀ ਕੋਈ ਗੱਲ ਨਹੀਂ ਹੈਗੀ। ਮੈਂ ਤਾਂ ਉਹ ਇਹ ਮੈਂ ਆਮ ਨੋਟ ਪ੍ਰੇਜ਼ਿੰਗ ਸਮਵਨ ਕਿ ਉਹ, ਮੈਂ ਗੱਲ ਫੈਕਟ ਨਾਲ ਦੱਸ ਰਿਹਾ ਸਾਰੀਆਂ ਗੱਲਾਂ। ਮੈਂ ਡਾਕਟਰ ਆ, MBA ਕੀਤੀ ਵੀ, ਉਹ ਵੀ ਹਿਊਮਨ ਰਿਸੋਰਸ ਦੇ ਵਿੱਚ। ਤੇ ਮੈਂ ਕੋਈ ਇੱਦਾਂ ਅਨਪੜ੍ਹ ਲੈਣਾ ਤਾਂ ਹੈ ਨਹੀਂ ਵੀ ਮੈਂ ਐਵੇਂ ਤੁਹਾਡੇ ਨਾਲ ਕੋਈ ਉਵੇਂ ਗੱਲਾਂ ਕਰੀ ਜਾਵਾਂ। ਸੋ ਕੈਪਟਨ ਅਮਰਿੰਦਰ ਸਿੰਘ ਦਾ ਪਰਸਨਲੀ ਮੇਰੇ ਨਾਲ ਬੜਾ ਜਾਤੀ ਤੌਰ 'ਤੇ ਬੜਾ ਅੱਛਾ ਸੀ। ਉਹ ਮੈਨੂੰ ਬੇਟਾ ਕਹਿੰਦੇ ਸੀ। ਔਰ ਮੇਰੇ ਵੀ ਫਾਦਰ ਸਾਹਿਬ ਐਕਸ ਸਰਵਿਸਮੈਨ ਆ, ਬਤੌਰ ਫੌਜੀ ਦਾ ਮੁੰਡਾ ਹੋਣ ਕਰਕੇ ਵੀ ਮੈਨੂੰ ਉਹ ਬੜੇ ਚੰਗੇ ਲੱਗਦੇ ਸੀ। ਔਰ ਡਿਸਿਪਲਿਨ ਉਹੀ ਸੀ। ਅੱਜ ਵੀ ਮੈਂ ਰਾਤ ਨੂੰ ਜਿੰਨੇ ਵਜੇ ਮਰਜ਼ੀ ਘਰੇ ਜਾਵਾਂ, ਮੇਰੇ ਸ਼ੂਜ਼, ਮੇਰੀ ਘੜੀ, ਐਨ ਮੇਰੇ ਬਾਪ ਦਾ ਸਿਖਾਇਆ ਹੋਇਆ ਡਿਸਿਪਲਿਨ ਅੱਜ ਵੀ ਮੇਰੇ 'ਤੇ ਇਨ ਬਿਨ ਲਾਗੂ ਹੁੰਦਾ। ਸੋ ਮੈਂ ਇਸ ਕਰਕੇ ਉਹਨਾਂ ਦੇ ਬੜਾ ਰਿਗਾਰਡ ਅਤੇ ਰਿਸਪੈਕਟ ਰਹੀ ਹੈ। ਬਟ ਗੱਲ ਇਹ ਸੀਗੀ ਕਿ ਇੱਕੋ ਚੀਜ਼ ਨੇ ਕੈਪਟਨ ਸਾਹਿਬ ਨੂੰ ਔਰ ਉਹਨਾਂ ਦੀ ਜਿਹੜੀ ਸਰਕਾਰ ਸੀਗੀ, ਉਹਨਾਂ ਦੀ ਕਾਰਜਸ਼ੈਲੀ ਸੀ ਜਿਹੜੀ ਉਹਨੂੰ ਡਾਊਨ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਹੋਣਾ ਨੂੰ, ਜਿਹੜੀ ਉਹਨਾਂ ਦੇ ਆਫਿਸਰਸ ਸੀਗੇ, ਉਹ ਸ਼ਾਇਦ ਕਿਤੇ ਨਾ ਕਿਤੇ ਇਹ ਕਹਿੰਦੇ ਰਹੇ ਕਿ ਕੋਈ ਲੋੜ ਨਹੀਂ ਜੀ, 77 ਹੈਗੇ, ਇਹ ਕਿੱਥੇ ਚੱਲੇ ਆ। ਸੋ ਇੱਥੇ ਜਿਹੜੀ ਅਫਸਰਸ਼ਾਹੀ ਉਹ ਜ਼ਿਆਦਾ ਭਾਰੀ ਰਹੀ। ਸੋ ਉਹਨਾਂ ਨੇ ਕੈਪਟਨ ਸਾਹਿਬ ਨੂੰ ਇਸ ਪਾਸੇ ਆਉਣ ਹੀ ਨਹੀਂ ਦਿੱਤਾ ਕਿ ਕਿਸੇ MLA ਦੀ ਕੋਈ ਪੋਲੀਟੀਕਲੀ ਕਿਸੇ ਬੰਦੇ ਦੀ ਗੱਲ ਸੁਣੀ ਜਾਂਦੀ। ਸੋ ਉੱਥੇ ਮੈਂ ਤੁਹਾਨੂੰ ਦੱਸਿਆ ਵੀ ਮਰਦਾ ਉਦੋਂ ਹੀ ਆ ਜਦੋਂ ਸੰਗਠਨ ਅਤੇ ਸਿਆਸਤ ਵਿੱਚ ਤਾਲਮੇਲ ਨਾ ਹੋਵੇ। ਉੱਥੇ ਵੀ ਸਿਆਸਤ ਮਰ ਗਈ, ਉੱਥੇ ਉਲਟਾ ਹੋ ਗਿਆ ਅਤੇ ਉਹਨਾਂ ਦਾ ਜਿਹੜਾ ਸੰਗਠਨ ਪ੍ਰਸ਼ਾਸਨ ਸੀਗਾ ਉਹ ਬਹੁਤ ਜ਼ਿਆਦਾ ਭਾਰੂ ਹੋ ਗਿਆ। ਸੋ ਮੇਰਾ ਖਿਆਲ ਇੱਕੋ ਹੀ ਵੱਡੀ ਨੈਗੇਟਿਵਿਟੀ ਸੀਗੀ ਜਿਹੜਾ ਕੈਪਟਨ ਅਮਰਿੰਦਰ ਸਿੰਘ ਹੁਣਾਂ ਨੂੰ, ਉਹਨਾਂ ਦੇ ਜਿਹੜੇ ਥੱਲੇ ਸਿਪਾਹ ਸਲਾਰ ਸੀ, ਉਹਨਾਂ ਨੇ ਬੰਦਿਆਂ ਨੂੰ ਮਿਲਣ ਹੀ ਨਹੀਂ ਦਿੱਤਾ। ਸਾਨੂੰ ਵੀ 1.5-2 ਸਾਲ ਲੰਘ ਜਾਂਦੇ ਸੀਗੇ ਇੱਦਾਂ 1 to 1 ਉਹਨਾਂ ਨਾਲ ਬਹਿ ਕੇ ਗੱਲ ਕਰਦਿਆਂ ਨੂੰ। ਸੋ ਇਹ ਚੀਜ਼ ਸਭ ਤੋਂ ਵੱਡੀ ਨੈਗੇਟਿਵ ਇੰਪੈਕਟ ਇਹ ਪਿਆ। ਜਿਸ ਰਾਜੇ ਨੂੰ ਉਹਦੇ ਜਿਹੜੇ ਜੇ ਕਿਸਾਨ ਅੰਦੋਲਨ ਦੀ ਗੱਲ ਕਰਾਂ, ਉਹਨੂੰ ਵੀ ਤਾਂ ਹੀ ਸਾਲ ਲੱਗ ਗਿਆ। ਪੰਜਾਬ ਦੇ ਵਿੱਚ BJP ਦੀ ਜੇ ਕੋਈ ਗਰਾਊਂਡ ਲੈਵਲ 'ਤੇ ਲੀਡਰਸ਼ਿਪ ਹੁੰਦੀ, ਕੋਈ MLA ਲੜੇ ਵੇ, ਜਿੱਤੇ ਵੇ, ਕੋਈ ਇਸ ਤਰੀਕੇ ਦੀ ਹੁੰਦੀ, ਤਾਂ ਉਹ ਜ਼ਰੂਰ ਉੱਪਰਲੀ ਸਰਕਾਰ ਤੱਕ ਉਹ ਗੱਲ ਪਹੁੰਚਾਉਂਦੇ ਕਿ ਨਹੀਂ, ਕਿਸਾਨ ਇੱਥੇ ਸਹੀ ਆ। ਉੱਥੇ ਜਿਹੜੇ ਸੰਗਠਨ ਵਾਲੇ ਬੰਦੇ ਸੀ, ਉਹਨਾਂ ਦਾ ਆਪਣਾ ਵਿਜ਼ਨ ਸੀ। ਉਹ ਉਸ ਤਰੀਕੇ ਨਾਲ ਹੀ ਉਹਨੂੰ ਗੱਲ ਨੂੰ ਪੇਸ਼ ਕਰੀ ਗਏ ਕਿ ਇਹ ਤਾਂ ਜੀ ਮਾੜੇ ਆ, ਇਹ ਤਾਂ ਜੀ। ਉਹ ਉਹਨਾਂ ਨੇ ਬਜਾਏ ਇਹਦੇ ਕਿ ਲੋਕਾਂ ਦੇ ਵਿੱਚ ਔਰ ਸੈਂਟਰ ਸਰਕਾਰ 'ਚ ਕੋਈ ਤਾਲਮੇਲ ਬਿਠਾਉਂਦੇ,
ਉਹ ਸੈਂਟਰ ਦੀਆਂ ਹੀ ਸਿਫਤਾਂ ਕਰੀ ਗਏ ਨੇ ਜੀ, ਕਾਨੂੰਨ ਬਹੁਤ ਚੰਗੇ ਆ ਜੀ। ਜੇ ਕਾਨੂੰਨ ਇੰਨੇ ਚੰਗੇ ਹੁੰਦੇ ਔਰ ਤਾਂ ਮੋਦੀ ਸਾਹਿਬ ਉਹਦੇ ਵਾਸਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਦੇ ਜਨਮ ਦਿਹਾੜੇ ਤੇ ਮਾਫੀ ਮੰਗ ਕੇ ਉਹ ਕਾਨੂੰਨ ਵਾਪਸ ਨਾ ਲੈਂਦੇ। ਜਦੋਂ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋਇਆ ਤਾਂ ਉਹਨਾਂ ਨੇ ਕਾਨੂੰਨ ਵਾਪਸ ਵੀ ਲਏ, ਮਾਫੀ ਵੀ ਮੰਗੀ। ਹਾਂ, ਜਿਹੜਾ 700 ਦੇ ਕਰੀਬ ਕਿਸਾਨ ਸ਼ਹੀਦ ਹੋ ਗਿਆ ਉਹ ਮੁੜਨੇ ਨਹੀਂ ਕਦੇ। ਪਰ ਮੈਂ ਸਮਝਦਾ ਕਿ ਉਹਦੇ ਪਿੱਛੇ ਸਭ ਤੋਂ ਵੱਡਾ ਜਿਹੜਾ ਨਲਾਇਕੀ ਦਾ ਕਾਰਨ ਸੀਗਾ ਉਹ ਇਹੀ ਹੋਇਆ ਕਿ ਸੈਂਟਰ ਦੇ ਵਿੱਚ ਔਰ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਕਿਤੇ ਨਾ ਕਿਤੇ ਤਾਲਮੇਲ ਦੀ ਘਾਟ ਰਹੀ ਹੈ। ਜੇ ਉਸ ਵੇਲੇ ਬੀਜੇਪੀ ਦੇ ਪੰਜਾਬ ਦੇ ਵਿੱਚ ਲੀਡਰਸ਼ਿਪ ਉਸ ਤਰ੍ਹਾਂ ਸੰਗਠਨ ਤੋਂ ਬਾਅਦ ਜਿਹੜੀ ਸਿਆਸਤ ਆ, ਸਿਆਸੀ ਬੰਦੇ ਹੁੰਦੇ ਤਾਂ ਡੈਫੀਨੇਟਲੀ ਇੰਨਾ ਵੱਡਾ ਸਾਨੂੰ ਭੁਗਤਣਾ ਨਾ ਪੈਂਦਾ। ਅੱਜ ਬੀਜੇਪੀ ਨੇ ਕਮਲ ਦੇ ਫੁੱਲ ਦੇ ਨਾਂ ਦੇ ਉੱਤੇ ਸਰਕਾਰ ਬਣਾਉਣ ਵਾਸਤੇ ਆਪਣੇ ਲੀਡਰਸ ਜਿਹੜੇ ਆ, ਆਪਣੇ ਜਿਹੜੇ ਸਾਥੀ ਹੈਗੇ ਆ, ਕੰਪੀਟੀਟਰਸ ਉਤਾਰੇ ਹੈਗੇ ਆ, ਉਮੀਦਵਾਰ ਉਤਾਰੇ ਆ, ਤਾਂ ਡੈਫੀਨੇਟਲੀ ਜਦੋਂ ਇਹ ਗਰਾਊਂਡ 'ਤੇ ਜੁੜੇ ਹੋਏ ਲੋਕ ਬੀਜੇਪੀ ਦੇ ਵਿੱਚ ਉੱਪਰਲੇ ਕੇਡਰ ਦੇ ਨਾਲ ਤਾਲਮੇਲ ਲਈ ਜਾਣਗੇ ਤਾਂ ਫਿਰ ਜ਼ਮੀਨ ਦਾ ਅਤੇ ਆਸਮਾਨ ਦਾ ਮੇਲ ਹੋਊਗਾ ਅਤੇ ਡੈਫੀਨੇਟਲੀ ਉੱਥੇ ਜਿਹੜਾ ਸੰਗਮ ਆ ਉਹ ਕੋਈ ਨਾ ਕੋਈ ਚੰਗੀਆਂ ਚੀਜ਼ਾਂ ਪੇਸ਼ ਕਰੂਗਾ। ਪਿੱਛੇ ਜੇ ਪ੍ਰਧਾਨ ਮੰਤਰੀ ਆਏ ਸੀ ਫਿਰੋਜ਼ਪੁਰ, ਉਹਨਾਂ ਨੂੰ ਰੈਲੀ ਤੱਕ ਪਹੁੰਚੇ ਨਹੀਂ ਉਹ, ਅਤੇ ਇਹ ਕਿਹਾ ਗਿਆ ਸੀਗਾ ਕਿ ਸਾਰਾ ਜਿਹੜਾ ਕੀਤਾ ਹੈ ਇਹ ਪੰਜਾਬ ਸਰਕਾਰ ਦਾ ਹੈ। ਜਾਂਦੇ ਹੋਏ ਏਅਰਪੋਰਟ 'ਤੇ ਵੀ ਕਹਿ ਗਏ ਸੀਗੇ ਕਿ ਮੈਂ ਜਿੰਦਾ ਵਾਪਸ ਚਲ ਗਿਆ, ਕਿ ਆਪਣੇ CM ਨੂੰ ਮੇਰਾ ਮੈਸੇਜ ਦੇ ਦਿਓ। ਤੁਹਾਨੂੰ ਲੱਗਦਾ ਹੈ ਕਿ ਇਹਦੇ 'ਚ ਕਾਂਗਰਸ ਦਾ ਕੋਈ ਹੱਥ ਸੀਗਾ? ਮੈਂ ਤੁਹਾਡੇ ਪਹਿਲੇ ਸਵਾਲ ਦੇ ਵਿੱਚੋਂ ਥੋੜ੍ਹੀ ਲਾਸਟ ਲਾਈਨ ਇੱਕ ਕੰਪਲੀਟ ਕਰ ਦੇਵਾਂ। ਤੁਸੀਂ ਕਿਹਾ ਸੀਗਾ ਕਿ ਕੈਪਟਨ ਸਾਹਿਬ ਦਾ 4.5 ਸਾਲ ਦਾ ਔਰ ਚੰਨੀ ਜੀ ਦਾ। ਕੈਪਟਨ ਸਾਹਿਬ ਦੇ ਰਾਜ ਦੇ ਵਿੱਚ ਮੈਂ ਦੱਸਿਆ ਕਿ ਇਹ ਸਿਆਸਤ ਔਰ ਪ੍ਰਸ਼ਾਸਨ ਦੀ ਤਾਲਮੇਲ ਦੀ ਘਾਟ ਰਹੀ, ਪਰ ਅਦਰਵਾਈਜ਼ ਐਡਮਿਨਿਸਟ੍ਰੇਸ਼ਨ ਉਹਨਾਂ ਦੀ ਪਕੜ ਬਹੁਤ ਸੀ। ਕੋਈ ਹੱਲਾ ਗੁੱਲਾ ਨਹੀਂ ਹੋਇਆ, ਕਿਤੇ ਵੀ ਕੋਈ ਇਸ ਤਰ੍ਹਾਂ ਦੀ ਘਟਨਾ ਨਹੀਂ ਹੋਣ ਦਿੱਤੀ। ਚਾਹੇ ਕਰੋਨਾ ਦਾ ਇੰਨਾ ਭਾਰੀ ਸੰਕਟ ਰਿਹਾ, ਪੂਰਾ ਕੰਟਰੋਲ ਰਿਹਾ। ਇੱਥੇ ਹੁਣ ਜਿਹੜੇ ਆ 3 ਕੁ ਮਹੀਨੇ ਮਿਲੇ ਸੀ ਚੰਨੀ ਸਾਹਿਬ ਨੂੰ, ਉਹਨਾਂ ਨੇ ਬੜੀ ਭੱਜ ਨੱਠ ਕੀਤੀ, ਲੋਕਾਂ ਦੇ ਬੜੇ ਮਨ ਜਿੱਤਣ ਦੀ ਕੋਸ਼ਿਸ਼ ਕੀਤੀ। ਉਹਨਾਂ ਨੇ ਹਰ ਕੰਮ ਨੂੰ ਆਪਣੇ ਨਾਲ ਜੋੜ ਕੇ ਪੇਸ਼ ਕੀਤਾ ਕਿ ਮੈਂ ਆਹ ਵੀ ਕਰ ਲੈਣਾ, ਮੈਂ ਆਹ ਵੀ ਕਰ ਲੈਣਾ। ਬਟ ਮੈਨੂੰ ਲੱਗਦਾ ਐਡਮਿਨਿਸਟ੍ਰੇਸ਼ਨ ਦੀ ਘਾਟ ਰਹੀ ਹੈ ਔਰ ਉਹਦਾ ਹੀ ਨਤੀਜਾ ਆ ਜਿਹੜਾ ਤੁਹਾਡਾ ਕੁਐਸਚਨ ਸੀਗਾ, ਕਿ ਉਸ ਐਡਮਿਨਿਸਟ੍ਰੇਸ਼ਨ ਦੀ ਘਾਟ ਦਾ ਨਤੀਜਾ ਸੀਗਾ ਕਿ ਪ੍ਰਧਾਨ ਮੰਤਰੀ ਜਿਹਦਾ ਇੱਕ ਆਪਣਾ ਪ੍ਰੋਟੋਕੋਲ ਹੁੰਦਾ, ਉਹ ABC ਕੋਈ ਵੀ ਹੋਵੇ, ਚਾਹੇ ਉਹ ਆਪਣੇ ਸਰਦਾਰ ਮਨਮੋਹਨ ਸਿੰਘ ਹੋਣ, ਚਾਹੇ ਉਹ ਅੱਜ ਜਿਹੜੇ ਇੱਥੇ ਆਏ ਮੋਦੀ ਸਾਹਿਬ ਹੋਣ, ਜਾਂ ਕੋਈ ਵੀ ਪ੍ਰਧਾਨ ਮੰਤਰੀ, ਨਾਮਾਂ ਦੀ ਗੱਲ ਨਹੀਂ ਹੁੰਦੀ, ਉਹਦੇ ਅਹੁਦੇ ਦੀ ਜਿਹੜੀ ਮਾਨ ਮਰਿਆਦਾ ਹੁੰਦੀ ਹੈ। ਉਹਨਾਂ ਦਾ ਜਿੱਥੇ ਵਿਦੇਸ਼ਾਂ ਦੇ ਵਿੱਚ ਲਾਲ ਕਾਰਪੈਟ ਨਾਲ ਸਵਾਗਤ ਹੁੰਦਾ ਹੈ ਔਰ ਲੋਕ ਇੰਨਾ ਮਾਣ ਤਾਣ ਦਿੰਦੇ ਆ, ਉੱਥੇ ਆਪਣੇ ਦੇਸ਼ ਦੇ ਵਿੱਚ ਹੀ ਇੱਕ ਥਾਂ ਦੇ ਉੱਤੇ ਉਹਨਾਂ ਨੇ ਆਉਣਾ ਹੋਵੇ ਅਤੇ ਉਸ ਚੀਜ਼ ਨੂੰ ਇਸ ਤਰੀਕੇ ਦੇ ਨਾਲ ਜਿਹੜਾ ਪੰਜਾਬ ਦੇ ਵਿੱਚ ਕੀਤਾ, ਇਹ ਜਾਂ ਤਾਂ ਜਾਣਬੁੱਝ ਕੇ ਕਰਵਾਇਆ ਗਿਆ। ਜੇ ਜਾਣਬੁੱਝ ਕੇ ਨਹੀਂ ਕਰਵਾਇਆ ਤਾਂ ਫਿਰ ਇਸ ਗੱਲ ਦੇ ਉੱਤੇ ਵੀ ਇਹ ਜ਼ਿੰਮੇਵਾਰ ਬਣਦੇ ਨੇ ਕਿ ਇਹਨਾਂ ਦੇ ਲਾਅ ਐਂਡ ਆਰਡਰ ਦੇ ਵਿੱਚ, ਇਹਨਾਂ ਦੀ ਐਡਮਿਨਿਸਟ੍ਰੇਸ਼ਨ ਦੇ ਵਿੱਚ ਬਹੁਤ ਵੱਡੀ ਇਹ ਕਮੀ ਰਹੀ ਹੈ ਕਿ ਇੱਕ ਜੇ ਮੋਦੀ ਸਾਹਿਬ ਉੱਥੇ ਰੋਕ ਲਏ ਗਏ ਜਾਂ ਉੱਥੇ ਉਹਨਾਂ ਨੂੰ ਖੜਨਾ ਪਿਆ ਜਿੱਥੇ ਕੋਈ ਪਾਕਿਸਤਾਨ ਦੀ ਮਿਜ਼ਾਈਲ ਜਾਂ ਉਹਨਾਂ ਦੇ ਡਰੋਨ ਰੋਜ਼ ਹੀ ਉੱਥੇ ਡਰੋਨ ਫੜੇ ਜਾਂਦੇ ਆ, ਉੱਥੋਂ ਹਥਿਆਰ ਫੜੇ ਜਾਂਦੇ ਆ। ਸੋ ਇਹ ਮੈਂ ਸਮਝਦਾ ਕਿ ਸਭ ਤੋਂ ਵੱਡਾ ਲੈਕ ਆਫ ਐਡਮਿਨਿਸਟ੍ਰੇਸ਼ਨ ਸੀ, ਚਾਹੇ ਜਾਣਬੁੱਝ ਕੇ ਕਰਵਾਇਆ ਹੋਵੇ ਕਾਂਗਰਸ ਨੇ, ਚਾਹੇ ਇਹ ਉਹ ਕਹਿਣ ਕਿ ਅਸੀਂ ਨਹੀਂ ਕੀਤਾ, ਇਹ ਕਿਸੇ ਨੇ ਕਰਤਾ, ਕਿਸਾਨਾਂ ਨੇ ਕਰਤਾ, ਪਰ ਉੱਥੇ ਕਿਸਾਨ ਤਾਂ ਕੋਈ ਨੇੜੇ ਤੇੜੇ ਵੀ ਨਹੀਂ ਆ ਸਕਦਾ ਸੀ, ਨਾ ਉੱਥੇ ਦਿਸਿਆ ਹੀ ਹੈ। ਬਟ ਜੇ ਉਹ ਕਹਿਣ ਕਿ ਅਸੀਂ ਨਹੀਂ ਕਰਵਾਇਆ ਤਾਂ ਵੀ ਮੈਂ ਸਮਝਦਾ ਕਿ ਜ਼ਿੰਮੇਵਾਰੀ ਉਹਨਾਂ ਦੀ ਬਣਦੀ ਸੀ ਜਿਹਦੀ ਮੌਜੂਦਾ ਸਰਕਾਰ ਹੋਵੇ, ਔਰ ਇਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਘਾਟ ਆ। ਇਹੀ ਜਿਹੜੀਆਂ ਘਾਟਾਂ ਇਸ ਕਾਂਗਰਸ ਦੀ ਬੇੜੀ ਨੂੰ ਲੈ ਕੇ ਡੁੱਬਣਗੀਆਂ। ਅੱਜ ਪੰਜਾਬ ਨੂੰ ਜੇ ਉੱਥੇ ਮੋਦੀ ਆ ਜਾਂਦੇ ਤਾਂ ਉਹਨਾਂ ਨੇ 40,000 ਕਰੋੜ ਦਾ ਕੋਈ ਪੈਕੇਜ ਲੈ ਕੇ ਪੰਜਾਬ ਦੇ ਵਾਸਤੇ ਆਏ ਸੀ। ਇਹ ਪੰਜਾਬ ਦੀ ਬਦਕਿਸਮਤੀ ਆ ਕਿ ਉਹ ਜਿਹੜਾ ਵੱਡਾ ਪੈਕੇਜ ਦੇਣ ਜਾ ਰਹੇ ਸੀ ਉਹਦੇ 'ਚ ਕਿਸਾਨਾਂ ਦੇ ਕਰਜ਼ੇ ਦੀ ਮਾਫੀ ਸੀ, ਉਹਦੇ ਵਿੱਚ ਹੋਰ ਪੰਜਾਬ ਦੇ ਵਿੱਚ ਆਉਣ ਵਾਲੇ ਕੁਝ ਪ੍ਰੋਜੈਕਟ ਸੀਗੇ, ਉੱਥੇ ਬੜੀਆਂ ਚੀਜ਼ਾਂ ਸੀਗੀਆਂ ਜਿਹੜੀਆਂ ਹੁਣ ਵੀ ਬਹੁਤ ਚੀਜ਼ਾਂ ਜਿਹੜੀਆਂ ਸੈਂਟਰ ਤੋਂ ਆਉਂਦੀਆਂ, ਚਾਹੇ ਉਹ
ਨਰੇਗਾ ਦੀ ਦਿਹਾੜੀ ਹੈਗੀ ਆ ਉਹ ਵੀ ਸੈਂਟਰ ਸਰਕਾਰ ਦੀ ਸਕੀਮ ਹੈ। ਚਾਹੇ ਆ ਤੁਹਾਡੇ ਇੰਸ਼ੋਰੈਂਸ ਹੈਗੀ ਆ, ਬੀਮਾ ਯੋਜਨਾ ਜਿਹੜੀ ਸਿਹਤ ਬੀਮਾ ਆ ਇਹ ਵੀ ਸੈਂਟਰ ਸਰਕਾਰ ਕਰਦੀ ਹੈਗੀ ਆ। ਚਾਹੇ ਨੀਲੇ ਕਾਰਡ ਬਣਦੇ ਆ ਜਿਹੜੇ ਰਾਸ਼ਨ ਕਾਰਡ ਆ ਜਿਹਦੇ ਤੇ ਅਨਾਜ ਮਿਲਦਾ, ਔਰ ਉਹ ਅਨਾਜ ਵੀ ਫੂਡ ਕਾਰਪੋਰੇਸ਼ਨ ਇੰਡੀਆ ਜਿਹੜੀ ਇੰਡੀਆ ਗੌਰਮੈਂਟ ਤੋਂ ਆਉਂਦੀ ਹੈ। ਸੋ ਇੱਕ ਨਹੀਂ ਮੈਂ ਜਿਹੜੀਆਂ ਪਿੰਡਾਂ ਨੂੰ ਗ੍ਰਾਂਟਾਂ ਆਉਂਦੀਆਂ 13ਵੇਂ 14ਵੇਂ 15ਵੇਂ ਵਿੱਤ ਕਮਿਸ਼ਨ ਦੀਆਂ ਉਹ ਵੀ ਸੈਂਟਰ ਸਰਕਾਰ ਤੋਂ ਹੀ ਆਉਂਦੀਆਂ। ਸੋ ਇਹ ਇੱਕ ਚੀਜ਼ ਨਹੀਂ, ਕੋਈ ਵੀ ਸਟੇਟ ਸੈਂਟਰ ਦੇ ਤਾਲਮੇਲ ਤੋਂ ਬਿਨਾਂ ਜਾਂ ਸੈਂਟਰ ਦੀ ਜਿਹੜੀ ਹੈਗੀ ਆ ਉਹ ਮਰਜ਼ੀ ਤੋਂ ਬਿਨਾਂ, ਉਹਦੇ ਰਹਿਮੋ ਕਰਮ ਤੋਂ ਬਿਨਾਂ ਚੱਲ ਨਹੀਂ ਸਕਦਾ। ਸੋ ਇਸ ਕਰਕੇ ਇਹ ਜੇ ਮੋਦੀ ਸਾਹਿਬ ਨੂੰ ਉੱਥੇ ਰੋਕਿਆ ਗਿਆ ਤਾਂ ਉਹਦੇ ਵਿੱਚ ਬਹੁਤ ਵੱਡਾ ਜਿਹੜਾ ਘਾਟਾ ਪੰਜਾਬ ਨੂੰ ਪਿਆ, ਔਰ ਪੰਜਾਬ ਦੀ ਐਡਮਿਨਿਸਟ੍ਰੇਸ਼ਨ ਜਿਹੜੀ ਹੈਗੀ ਆ ਉਹਦਾ ਪਤਾ ਚੱਲਿਆ। ਔਰ ਲੋਕਾਂ ਨੂੰ ਜਿਹੜਾ ਪਹਿਲਾਂ ਹੀ ਲੋਕ ਡਰੇ ਵੇ ਆ ਕਿ ਰੋਜ਼ ਪੰਜਾਬ ਦੇ ਵਿੱਚ ਕਦੀ ਡਰੋਨ ਫੜ ਹੁੰਦੇ ਆ, ਕਦੀ ਪੰਜਾਬ ਦੇ ਵਿੱਚ ਨਸ਼ੇ ਆਉਂਦੇ ਆ, ਕਦੀ ਇੱਥੇ ਟਿਫਨ ਬੰਬ ਜਿਹੜੇ ਉਹ ਚੱਲਦੇ ਆ, ਕਦੀ ਹਥਿਆਰਾਂ ਦੀ ਖੇਪ ਫੜੀ ਜਾਂਦੀ ਹੈ। ਅੱਜ ਪੰਜਾਬ ਦੇ ਵਿੱਚ ਕੋਈ ਐਡਮਿਨਿਸਟ੍ਰੇਸ਼ਨ ਜਿਹੜੀ ਆ ਉਹ ਫਰਮ ਲਾਅ ਐਂਡ ਆਰਡਰ ਦੀ ਸਿਚੁਏਸ਼ਨ ਜਿਹੜੀ ਆ ਉਹ ਠੀਕ ਨਹੀਂ ਹੈਗੀ। ਉਹਨੂੰ ਦਰੁਸਤ ਕਰਨ ਵਾਸਤੇ ਮੈਂ ਸਮਝਦਾ ਕਿ ਇੱਕ ਸਥਿਰ ਸਰਕਾਰ ਚਾਹੀਦੀ ਹੈ ਜਿਹੜੀ ਕਿ ਨਾ ਤਾਂ ਆਮ ਨੂੰ ਕੋਈ ਇੱਦਾਂ ਦਾ ਦਿਸਦਾ ਜਿਹੜਾ ਲੋਕਾਂ ਨੂੰ ਸੁਰੱਖਿਅਤ ਰੱਖ ਸਕੇ, ਜਿਹਦੀ ਛਤਰ ਛਾਇਆ ਥੱਲੇ, ਜਿਹਦੀ ਐਡਮਿਨਿਸਟ੍ਰੇਸ਼ਨ ਥੱਲੇ, ਜਿਹਦੀ ਮੁੱਖ ਮੰਤਰੀਸ਼ਿਪ ਦੇ ਥੱਲੇ ਲੋਕ ਆਪਣੇ ਆਪ ਨੂੰ ਸਮਝ ਸਕਣ ਕਿ ਉਹ ਸੁਰੱਖਿਅਤ ਹੈਗੇ ਆ। ਉਹਨਾਂ ਨੂੰ ਗੁਆਂਢੀ ਦੇਸ਼ਾਂ ਤੋਂ, ਉਹਨਾਂ ਨੂੰ ਪੰਜਾਬ ਦੀਆਂ ਅੰਦਰਲੀਆਂ ਜਿਹੜੀਆਂ ਵੱਖਵਾਦੀ ਤਾਕਤਾਂ ਉਹਨਾਂ ਤੋਂ ਕੋਈ ਖਤਰਾ ਨਹੀਂ। ਸੋ ਇਹ ਕਿਤੇ ਨਾ ਕਿਤੇ ਪੰਜਾਬ ਦੀ ਚਾਹੇ ਕਾਂਗਰਸ ਸਰਕਾਰ ਹੈ ਉਹ ਵੀ ਜਿਹੜੀ 3 ਮਹੀਨੇ ਵਾਲੀ ਹੈ ਉਹ ਪ੍ਰਭਾਵ ਨਹੀਂ ਉਸਾਰ ਸਕੀ ਜੋ ਐਡਮਿਨਿਸਟ੍ਰੇਸ਼ਨ 'ਤੇ ਪਕੜ ਕੈਪਟਨ ਅਮਰਿੰਦਰ ਸਿੰਘ ਹੋਣਾ ਦੀ ਹੁੰਦੀ ਸੀ। ਔਰ ਨਾ ਹੀ ਉਹ ਜਿਹੜੀ ਭਗਵੰਤ ਮਾਨ ਜੀ ਨੂੰ CM ਦਾ ਚਿਹਰਾ ਇਹਨਾਂ ਨੇ ਐਲਾਨਿਆ, ਨਾ ਹੀ ਉਹਨਾਂ ਦੇ ਵਿੱਚੋਂ ਲੋਕਾਂ ਨੂੰ ਇਹ ਝਲਕ ਲੱਗਦੀ ਹੈ ਕਿ ਜਿਹੜੇ ਉਹ ਬਹੁਤ ਅੱਛੇ ਮਜ਼ਾਕੀਆ ਜਿਹੜੇ ਆ ਤੰਜ ਕੱਸ ਲੈਂਦੇ ਆ, ਉਹ ਭੀੜ ਬਹੁਤ ਵਧੀਆ ਇਕੱਠੀ ਕਰ ਲੈਂਦੇ ਆ, ਪਰ ਉਹਨਾਂ ਦਾ ਵਿਜ਼ਨ ਜਿਹੜਾ ਹੈਗਾ ਆਮ ਸੌਰੀ ਟੂ ਸੇ ਉਹ ਗੁੱਸਾ ਨਾ ਕਰਨ, ਮੇਰੇ ਤਾਂ ਵੱਡੇ ਨੇ, ਮੇਰੇ ਤੋਂ ਸਿਆਸਤ ਵਿੱਚ ਵੀ ਬੜੇ ਵੱਡੇ ਆ ਔਰ ਹਰ ਪਾਸਿਓਂ ਸਤਿਕਾਰਯੋਗ ਨੇ, ਪਰ ਇੱਕ ਮੁੱਖ ਮੰਤਰੀ ਜਿਹਨੇ ਪੂਰੀ ਸਟੇਟ ਨੂੰ ਉਹਦੇ ਲਾਅ ਐਂਡ ਆਰਡਰ ਨੂੰ ਉਹਦੇ ਵਿੱਚ ਬਾਹਰਲੀਆਂ ਤਾਕਤਾਂ ਤੋਂ ਅੰਦਰਲੇ ਵੱਖਵਾਦੀ ਜਿਹੜੀਆਂ ਤਾਕਤਾਂ ਉਹਨਾਂ ਸਾਰੀਆਂ ਤੋਂ ਕੰਟਰੋਲ ਕਰਕੇ 42 ਮਹਿਕਮੇ ਆ, ਉਹਨਾਂ ਮਹਿਕਮਿਆਂ ਦੇ ਅਫਸਰਾਂ ਨੂੰ, ਉਹਨਾਂ ਮਹਿਕਮਿਆਂ ਨੂੰ ਥੱਲੇ ਤੱਕ ਚੁਸਤ ਦਰੁਸਤ ਚਲਾਉਣਾ ਹੁੰਦਾ। ਉਹ ਮੈਨੂੰ ਇਹਨਾਂ 'ਚੋਂ ਕੋਈ ਲੀਡਰ ਲੱਭਦਾ ਨਹੀਂ। ਹਾਂ, BJP ਦੀ ਜਿਹੜੀ ਸੈਂਟਰ ਦੇ ਵਿੱਚ ਸਰਕਾਰ ਆ ਅੱਜ ਉਹ ਬੜੀ ਸਟੇਬਲ ਆ, ਔਰ ਉਹਦੀ ਸਟੇਬਿਲਟੀ ਇਹ ਆ ਕਿ ਤੁਹਾਨੂੰ ਆਉਣ ਵਾਲੀ ਜਿਹੜੀ ਤੁਹਾਨੂੰ 24 ਦੇ ਵਿੱਚ ਆ ਉਹਦੇ ਵਿੱਚ ਵੀ ਤੁਹਾਨੂੰ ਕੋਈ ਬਦਲ ਨਹੀਂ ਲੱਭਦਾ ਔਰ ਉਹਨਾਂ ਤੋਂ ਕੋਈ ਚੰਗਾ ਨਹੀਂ ਲੱਭਦਾ। ਸੋ ਮੈਂ ਸਮਝਦਾ ਕਿ ਅੱਜ ਜੇ ਲੋਕ ਬੜੇ ਸਿਆਣੇ ਹੋਏ ਵੇ ਔਰ ਮੈਨੂੰ ਲੋਕਾਂ ਨੇ ਟੈਲੀਫੋਨ ਕਰਕੇ ਮੁਬਾਰਕਾਂ ਦਿੱਤੀਆਂ, ਔਰ ਬਹੁਤ ਸਾਰੇ ਬੰਦੇ ਜਿਨ੍ਹਾਂ ਨੂੰ ਮੈਂ ਸਮਝਦਾ ਸੀਗਾ ਕਿ ਇਹ ਤਾਂ ਕੱਟੜ ਕਾਂਗਰਸ ਹੀ ਰਹੇ ਆ, ਉਹਨਾਂ ਨੇ ਵੀ ਮੈਨੂੰ ਇਹ ਗੱਲ ਦੱਸੀ ਕਿ ਕਾਂਗਰਸ ਸਾਡੀ ਸੈਕੰਡ ਚੁਆਇਸ ਹੁੰਦੀ ਸੀ ਕਿਉਂਕਿ ਸਾਡੇ ਕੋਲ BJP ਦਾ ਕਮਲ ਦਾ ਫੁੱਲ ਨਹੀਂ ਸੀ ਹੁੰਦਾ, ਸਾਡੇ ਕੋਲ ਆਪਸ਼ਨ ਤੱਕੜੀ ਦੀ ਹੁੰਦੀ ਸੀ, ਤਾਂ ਤੱਕੜੀ ਨਾਲੋਂ ਕਾਂਗਰਸ ਸਾਨੂੰ ਕਿਤੇ ਨਾ ਕਿਤੇ ਸੌਫਟ ਲੱਗਦੀ ਸੀ, ਫਰਮ ਲੱਗਦੀ ਸੀ। ਇਹ ਇੱਕ ਸਟੇਟ ਦੀ ਪਾਰਟੀ ਆ ਔਰ ਉਹ ਜਿਹੜੀ ਹੈ ਨੈਸ਼ਨਲ ਪਾਰਟੀ ਹੈ, ਇਸ ਕਰਕੇ ਅਸੀਂ ਉਹ ਕਾਂਗਰਸ ਨੂੰ ਚਲੇ ਜਾਂਦੇ ਸੀ। ਪਰ ਅੱਜ ਕਿਉਂਕਿ BJP ਸਿੱਧੀ ਕਮਲ ਦੇ ਫੁੱਲ 'ਤੇ ਚੋਣਾਂ ਲੜ ਰਹੀ ਹੈ, ਬਹੁਤ ਸਾਰੇ ਲੋਕਾਂ ਨੇ ਮੈਨੂੰ ਇਸ ਗੱਲ ਵਾਸਤੇ ਮੈਨੂੰ ਹੈਰਾਨੀ ਹੋਈ ਕਿ ਉਹਨਾਂ ਨੇ ਕਿਹਾ ਕਿ ਅਸੀਂ ਇਸ ਵਾਰੀ ਕਾਂਗਰਸ ਨੂੰ ਨਹੀਂ, ਅਸੀਂ BJP ਨੂੰ ਸਿੱਧੀਆਂ ਵੋਟਾਂ ਪਾਵਾਂਗੇ, ਕਮਲ ਦੇ ਫੁੱਲ ਨੂੰ ਅਸੀਂ ਵੋਟਾਂ ਪਾਵਾਂਗੇ। ਸੋ ਇਹ ਕਿਤੇ ਨਾ ਕਿਤੇ ਲੋਕਾਂ ਦੇ ਅੰਦਰਲਾ ਡਰ ਵੀ ਹੈਗਾ ਜਿਹੜਾ ਬਾਹਰਲੀਆਂ ਗੁਆਂਢੀ ਤਾਕਤਾਂ, ਚਾਹੇ ਚਾਈਨਾ ਆ, ਚਾਹੇ ਬਿਲਕੁਲ ਸਾਡੇ ਗੁਆਂਢ ਪਾਕਿਸਤਾਨ ਦੀਆਂ, ਚਾਹੇ ਹਿੰਦੁਸਤਾਨ ਦੇ ਵਿੱਚੋਂ ਜਿਹੜੀ ਅੰਦਰਲੀ ਪੰਜਾਬ ਦੇ ਵਿਚਲੀ ਸਿਕਿਉਰਿਟੀ ਲੈਪਸ ਹੈਗੇ ਆ, ਜਿਸ ਤਰ੍ਹਾਂ ਆ ਹੁਣ ਮੋਦੀ ਜੀ ਦੇ ਆਉਣ 'ਤੇ ਇਹਨਾਂ ਨੇ ਐਡਾ ਵੱਡਾ ਲੈਪਸ ਕੀਤਾ। ਸੋ ਉਹ ਸਾਰੀਆਂ ਚੀਜ਼ਾਂ ਕਿਤੇ ਨਾ ਕਿਤੇ ਲੋਕਾਂ ਦੇ ਜ਼ਿਹਨ 'ਚ ਰੜਕਦੀਆਂ। ਸੋ ਮੈਨੂੰ ਨਹੀਂ ਲੱਗਦਾ ਕਿ ਲੋਕ ਇਹਨਾਂ 'ਤੇ ਵਿਸ਼ਵਾਸ ਕਰਨਗੇ। ਇੱਕ ਹਰਜੋਤ ਜੀ, ਇੱਕ ਨਵਜੋਤ ਸਿੰਘ ਸਿੱਧੂ, ਤੁਸੀਂ ਵੀ ਕਾਫੀ ਟਾਈਮ ਕੰਮ ਕੀਤਾ ਉਹਨਾਂ ਦੇ ਨਾਲ, ਰਹੇ ਉਹਨਾਂ ਦੇ ਨਾਲ, ਉਹ ਹਰ ਕਿਸੇ ਬੰਦੇ ਨੂੰ ਤੂੰ ਕਹਿ ਕੇ ਬਹੁਤ ਬੋਲਦੇ ਆ। ਕੈਪਟਨ ਅਮਰਿੰਦਰ ਸਿੰਘ ਹੈ, ਉਹਨਾਂ ਨੂੰ ਕਹਿ ਦਿੱਤਾ ਸੀ ਕਿ ਇਹਦੇ ਤੋਂ ਜ਼ਿਆਦਾ ਬੇਸ਼ਰਮ ਬੰਦਾ ਨਹੀਂ ਮੈਂ ਦੇਖਿਆ ਜਿਹੜਾ ਖਾਲੀ ਕੁਰਸੀਆਂ ਨੂੰ ਸੰਬੋਧਿਤ ਕਰਦਾ ਹੋਵੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਦੋਂ ਰੈਲੀ 'ਤੇ ਆਉਣਾ ਸੀ ਉਸ ਟਾਈਮ ਉਹਨਾਂ ਨੇ ਆਪਣੀ ਕਿਤੇ ਪ੍ਰੈਸ ਕਾਨਫਰੰਸ 'ਚ ਗੱਲ ਕਹੀ ਸੀ।
ਦੇਖੋ ਮੇਰੇ ਸਤਿਕਾਰਯੋਗ ਨੇ ਨਵਜੋਤ ਸਿੱਧੂ ਜੀ, ਉਹ ਜਦੋਂ ਕਾਂਗਰਸ ਦੇ ਪ੍ਰਧਾਨ ਬਣੇ ਤਾਂ ਹਰਜੋਤ ਕਮਲ ਵਿਅਕਤੀ ਵਿਸ਼ੇਸ਼ ਨਾਲੋਂ ਵੀ ਜ਼ਿਆਦਾ ਮੈਂ ਉਹਨਾਂ ਦੇ ਅਹੁਦੇ ਦਾ ਸਨਮਾਨ ਕੀਤਾ। ਔਰ ਉਹ ਕੋਈ ਨਾਲੇ ਕਿਸੇ ਨੂੰ ਰਿਪਲੇਸ ਕਰਕੇ ਨਹੀਂ ਪ੍ਰਧਾਨ ਬਣੇ ਸੀਗੇ। ਜਾਖੜ ਸਾਹਿਬ ਨੇ ਆਪਣੇ ਆਪ ਹੀ ਉਹਨਾਂ ਦੀ ਪ੍ਰਧਾਨਗੀ ਨੂੰ ਲਿਆਂਦਾ ਸੀਗਾ ਔਰ ਉਹਨਾਂ ਨੇ ਆਪ ਹੀ ਉਹਨਾਂ ਨੂੰ ਉਹ ਚੇਅਰ ਦੇ ਉੱਤੇ ਬਿਠਾਇਆ ਸੀਗਾ। ਸੋ ਇਸ ਕਰਕੇ ਮੈਨੂੰ ਉਸ ਗੱਲ ਦਾ ਕੋਈ ਮਲਾਲ ਨਹੀਂ ਹੈਗਾ ਕਿ ਹਰਜੋਤ ਕਮਲ ਨਵਜੋਤ ਸਿੱਧੂ ਲਈ ਜੇ ਚੰਗੀਆਂ ਲਾਈਨਾਂ ਬੋਲਦੇ ਸੀ ਜਾਂ ਉਹਨਾਂ ਤੋਂ ਚੰਗੀ ਆਸ ਰੱਖਦੇ ਸੀ। ਹਰ ਬੰਦਾ ਆਪਣੇ ਪ੍ਰਧਾਨ ਤੋਂ ਚੰਗੀ ਆਸ ਰੱਖਣ ਦੀ ਉਹਦੀ ਹੋਣੀ ਚਾਹੀਦੀ ਹੈ ਕਿ ਉਹਦੇ ਵਾਸਤੇ ਉਹਦਾ ਪ੍ਰਧਾਨ ਬਹੁਤ ਵੱਡੀ ਅਹਿਮ ਚੀਜ਼ ਹੁੰਦੀ ਹੈ। ਔਰ ਨਵਜੋਤ ਸਿੱਧੂ ਜੀ ਜਿਸ ਤਰੀਕੇ ਦੀਆਂ ਉਹਨਾਂ ਦੀਆਂ ਗੱਲਾਂ ਸੀਗੀਆਂ, ਜਿਸ ਤਰੀਕੇ ਨਾਲ ਉਹ ਐਡਮਿਨਿਸਟ੍ਰੇਸ਼ਨ ਦੀਆਂ ਜਾਂ ਉਹ ਗੱਲਾਂ ਕਰਦੇ ਸੀਗੇ, ਉਹ ਮੈਨੂੰ ਲੱਗਦਾ ਸੀਗਾ ਕਿ ਹੀ ਵੁੱਡ ਬੀ ਏ ਗੁੱਡ ਪ੍ਰੈਜ਼ੀਡੈਂਟ ਫॉर ਪੰਜਾਬ ਕਾਂਗਰਸ। ਪਰ ਮੈਂ ਇਸ ਗੱਲ ਦੀ ਮੈਨੂੰ ਹੈਰਾਨੀ ਹੋਈ ਕਿ ਅੱਜ 5-6 ਮਹੀਨੇ ਬੀਤਣ ਦੇ ਬਾਅਦ ਵੀ ਅਜੇ ਤੱਕ ਉਹਨਾਂ ਨੇ ਸਿਰਫ ਪੰਜਾਬ ਦੇ ਪ੍ਰਧਾਨ ਹੀ ਬਦਲੇ ਆ। ਉਹਦੇ ਵਿੱਚ ਵੀ ਮੈਨੂੰ ਲੱਗਦਾ ਉਹਨਾਂ ਦਾ ਸਿੱਧਾ ਕੋਈ ਹੱਥ ਨਹੀਂ ਇਹਦੇ 'ਚ। ਜਿਹੜੇ ਉਹਨਾਂ ਨਾਲ ਸਹਿ ਪ੍ਰਧਾਨ ਲਾਏ ਵੇ ਸੀਗੇ ਐਕਟਿੰਗ ਪ੍ਰੈਜ਼ੀਡੈਂਟਸ, ਵਨ ਆਫ ਦੈਮ ਜਿਹੜਾ ਉਹਨੇ ਹੀ ਸਾਰੀ ਐਕਸਰਸਾਈਜ਼ ਕੁਲਜੀਤ ਨਾਗਰਾ ਜੀ ਨੇ ਕੀਤੀ ਆ ਅਤੇ ਉਹਨਾਂ ਨੇ ਇਹ ਟੀਮ ਜਿਹੜੀ ਆ ਨਵਜੋਤ ਸਿੱਧੂ ਜੀ ਨਾਲ ਰਾਏ ਮਸ਼ਵਰੇ ਨਾਲ ਬਣਾਈ ਹੈਗੀ ਆ। ਬਟ ਜਿਹੜਾ ਤੁਹਾਡਾ ਕੁਐਸਚਨ ਸੀਗਾ ਉਹਦੇ ਵਿੱਚ ਮੈਂ ਸਮਝਦਾ ਕਿ ਸਿੱਧੂ ਸਾਹਿਬ ਦੀ ਵੀ ਐਡਮਿਨਿਸਟ੍ਰੇਸ਼ਨ 'ਤੇ ਉਹ ਪਕੜ ਨਹੀਂ। ਰੋਜ਼ ਉਹ ਗੱਲ ਕਰਦੇ ਆ ਰੇਤਾ ਦੀ, ਰੋਜ਼ ਉਹ ਗੱਲ ਕਰਦੇ ਆ ਸ਼ਰਾਬ ਦੀ, ਅਤੇ ਰੋਜ਼ ਉਹ ਗੱਲ ਕਰਦੇ ਹੈਗੇ ਆ ਬਜਰੀ ਦੀ ਵੀ ਅਸੀਂ ਇੱਥੋਂ ਜਨਰੇਟ ਕਰਾਂਗੇ ਫੰਡ ਅਤੇ ਇੰਨੇ ਕਰੋੜ ਰੁਪਈਏ ਦਾ ਅਸੀਂ ਆਹ ਬਣਾਵਾਂਗੇ। ਕਿੱਥੋਂ ਜਨਰੇਟ ਕਰਨਗੇ? ਉਹਨਾਂ ਨੂੰ ਲਗਾਮ ਕਿਵੇਂ ਕੱਸਣਗੇ? ਅੱਜ ਮੇਰੇ ਵਰਗਾ ਬੰਦਾ ਜਿੱਥੇ ਹਲਕੇ 'ਚ ਕੋਈ ਰੇਤਾ ਬਜਰੀ ਨਹੀਂ, ਕੋਈ ਉਹਦੇ 'ਤੇ ਇਲਜ਼ਾਮ ਨਹੀਂ, ਉਹਦੀਆਂ ਤਾਂ ਟਿਕਟਾਂ ਕੱਟ ਦਿੱਤੀਆਂ। ਉਹ ਸਾਰੇ ਬੰਦਿਆਂ ਨੂੰ ਅੱਜ ਟਿਕਟਾਂ ਦਿੱਤੀਆਂ ਜਿਨ੍ਹਾਂ ਦੇ ਉੱਤੇ ਰੇਤਾ ਬਜਰੀ ਵੇਚਣ ਦਾ ਇਲਜ਼ਾਮ ਹੈ, ਜਿਨ੍ਹਾਂ ਦੇ ਉੱਤੇ ਸ਼ਰਾਬ ਮਾਫੀਏ ਦੇ ਵਿੱਚ ਪੂਰੀ ਹਿੱਸੇਦਾਰੀ ਦਾ ਇਲਜ਼ਾਮ ਹੈ, ਉਹ ਸਾਰਿਆਂ ਨੂੰ ਟਿਕਟਾਂ ਦੇ ਦਿੱਤੀਆਂ। ਉਹ ਬੰਦਿਆਂ ਨੂੰ MLA ਬਣਾ ਕੇ ਉਹਨਾਂ ਤੋਂ ਕਿਵੇਂ ਇਹ ਵਸੂਲ ਲੈਣਗੇ ਪਤਾ ਨਹੀਂ ਕਿੰਨੇ ਹਜ਼ਾਰ ਕਰੋੜ ਰੁਪਈਆ। ਸੋ ਉਹਨਾਂ ਦੀ ਜਿਹੜੀ ਭਾਸ਼ਾ ਹੈਗੀ ਆ ਉਹ ਵੀ ਮਰਿਆਦਤ ਨਹੀਂ ਹੈਗੀ। ਮੇਰੇ ਬਾਪ ਨੇ ਮੈਨੂੰ ਇੱਕ ਤਹਿਜ਼ੀਬ ਦਿੱਤੀ ਸੀ ਔਰ ਮੇਰੀ ਮਾਂ ਟੀਚਰ ਸੀ, ਉਹਨਾਂ ਨੇ ਮੈਨੂੰ ਇੱਕ ਤਹਿਜ਼ੀਬ ਦਿੱਤੀ ਸੀ ਕਿ ਮੈਂ ਆਪਣੇ ਵਿਰੋਧੀਆਂ ਨੂੰ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਜੀ, ਮੱਖਣ ਬਰਾੜ ਜੀ, ਜਥੇਦਾਰ ਤੋਤਾ ਸਿੰਘ ਜੀ ਕਹਿ ਕੇ ਬੁਲਾਉਣਾ। ਪਰ ਇਹ ਮੈਂ ਸਮਝਦਾ ਕਿ ਇੱਕ ਤੁਹਾਡੀ ਤਹਿਜ਼ੀਬ ਦਾ ਹਿੱਸਾ ਹੋਣਾ ਚਾਹੀਦਾ। ਜੇ ਤੁਸੀਂ ਕਿਸੇ ਤੋਂ ਜਿੱਦਾਂ ਦੀ ਆਸ ਕਰਦੇ ਆ ਤਾਂ ਫਿਰ ਉੱਦਾਂ ਦੀ ਤੁਹਾਨੂੰ ਆਪਣੀ ਵੀ ਭਾਸ਼ਾ ਔਰ ਕਾਰਜਸ਼ੈਲੀ ਜਿਹੜੀ ਆ ਉਹ ਰੱਖਣੀ ਚਾਹੀਦੀ ਹੈ। ਸੋ ਨਮੋਲੀਆਂ ਬੀਜ ਕੇ ਅੰਬ ਨਹੀਂ ਲੱਗਣੇ। ਸੋ ਪਰ ਇੱਥੇ ਮੈਂ ਸਮਝਦਾ ਕਿ ਇਹ ਜਿਹੜਾ ਘੁਮੰਡ ਵਾਲੀਆਂ ਗੱਲਾਂ ਹੁੰਦੀਆਂ ਇਹ ਜਿਹੜੀਆਂ ਜੱਚਦੀਆਂ ਨਹੀਂ ਹੈਗੀਆਂ। ਲੋਕ ਇਹਨੂੰ ਪਸੰਦ ਨਹੀਂ ਕਰਦੇ। ਫਲ ਨੀਵਿਆਂ ਰੁੱਖਾਂ ਨੂੰ ਲੱਗਦੇ ਹਮੇਸ਼ਾ, ਅਤੇ ਸਿੰਬਲਾ ਤੂੰ ਮਾਣ ਨਾ ਕਰੀ ਕਿਹਾ ਜਾਂਦਾ। ਸੋ ਇਹ ਮੈਂ ਸਮਝਦਾ ਕਿ ਜਿਹੜਾ ਨਿਮਰਤਾ ਦੇ ਨਾਲ, ਪਿਆਰ ਅਤੇ ਸਤਿਕਾਰ ਦੇ ਨਾਲ ਪੇਸ਼ ਹੁੰਦਾ ਉਹਨੂੰ ਲੋਕ ਪਸੰਦ ਕਰਦੇ ਆ। ਔਰ ਇਹ ਦਿਨੋਂ ਦਿਨ ਜਿਹੜਾ ਗ੍ਰਾਫ ਹੈ ਉਹ ਇਸੇ ਕਰਕੇ ਡਾਊਨ ਵੀ ਹੋਇਆ। ਦੂਜੀ ਗੱਲ ਇਹ ਹੈਗੀ ਆ ਕਿ ਮੈਂ ਮੋਟੇ ਜਿਹੇ ਤੌਰ 'ਤੇ ਦੱਸਦਾ ਕਿ ਤੁਹਾਡਾ ਵੈਟ, ਤੁਹਾਡੇ ਟੈਕਸ ਸੈਂਟਰਲ ਪੂਲ 'ਚ ਜਾਂਦੇ ਆ, ਉੱਥੋਂ ਤੁਸੀਂ ਫੇਰ ਪੈਸੇ ਲੈਣੇ ਹੁੰਦੇ ਆ। ਉੱਥੋਂ ਤੁਹਾਨੂੰ ਜੇ ਕੋਈ ਵੀ ਚਾਹੇ ਅੱਤਵਾਦ ਲਈ ਪੰਜਾਬ ਲੜਿਆ ਉਹ ਵੀ ਤੁਸੀਂ ਕਹਿੰਦੇ ਕਰਜ਼ਾ ਚੜਿਆ ਸੈਂਟਰ ਨੇ ਦੇਣਾ ਬਣਦਾ ਸੀ। ਜੇ ਤੁਹਾਡੇ ਸਿਰ ਦੇ ਉੱਤੇ ਕੋਈ ਫੂਡ ਕਾਰਪੋਰੇਸ਼ਨ ਦਾ ਕਰਜ਼ਾ ਹੈਗਾ ਤਾਂ ਉਹ ਵੀ ਤੁਸੀਂ ਕਹਿੰਦੇ ਕਿ ਸੈਂਟਰ ਗੌਰਮੈਂਟ। ਸੋ ਪੈਸੇ ਪੰਜਾਬ ਸਟੇਟ ਲਿਆਉਂਦੀ ਕਿੱਥੋਂ ਆ? ਕਰਜ਼ਾ ਕਿੱਥੋਂ ਲੈਂਦੀ ਆ? ਕਰਜ਼ਾ ਅਸੀਂ ਲੈਂਦੇ ਹਾਂ ਸੈਂਟਰਲ ਪੂਲ 'ਚੋਂ। ਕੇਂਦਰੀ ਸਰਕਾਰ ਜਿਹੜੀ ਆ ਉਹ ਕੇਂਦਰ ਸਰਕਾਰ ਤੋਂ ਲੈਂਦੇ। ਸੋ ਅੱਜ ਜਿਹੜੀ ਇਹ ਗੱਲ ਕਰਦੇ ਆ, ਚਾਹੇ ਕੇਜਰੀਵਾਲ ਸਾਹਿਬ, ਚਾਹੇ ਸ਼੍ਰੋਮਣੀ ਅਕਾਲੀ ਦਲ ਦੇ ਮੇਰੇ ਸਾਥੀ, ਚਾਹੇ ਕਾਂਗਰਸ ਵਾਲੇ, ਉਹ ਐਂ ਗੱਲ ਕਰਨਗੇ ਅਸੀਂ ਰੇਤਾ 'ਚੋਂ ਇੰਨੇ ਕਰੋੜ ਕਮਾ ਲਾਂਗੇ, ਅਸੀਂ ਬਜਰੀ 'ਚੋਂ ਇੰਨੇ ਕਰੋੜ ਕਮਾ ਲਾਂਗੇ, ਅਸੀਂ ਸ਼ਰਾਬ 'ਚੋਂ ਇੰਨੇ ਕਰੋੜ। ਕਿਉਂ ਬਈ ਸ਼ਰਾਬ ਪਿਉਣੀ ਆ? ਤੁਸੀਂ ਤਾਂ ਫਿਰ ਚਾਹੁੰਦੇ ਆ ਕਿ ਲੋਕ ਵੱਧੋ ਵੱਧ ਸ਼ਰਾਬ ਪੀਣ ਅਤੇ ਤੁਹਾਨੂੰ ਟੈਕਸ ਆਉਣ। ਤੁਸੀਂ ਉਹਨਾਂ ਨਸ਼ਿਆਂ ਦੇ ਉੱਤੇ ਤਾਂ ਪਾਬੰਦੀ ਲਾਉਂਦੇ ਆ ਜਿਹੜੇ ਅਮਲੀ ਮੰਗ ਕਰਦੇ ਆ ਕਿ ਫੀਮ ਦਾ ਕੋਈ ਸਾਨੂੰ ਸਾਈਡ ਇਫੈਕਟ ਨਹੀਂ, ਸਾਨੂੰ ਪੋਸਟ ਦਿਓ, ਅਸੀਂ ਉਹਦੇ ਨਾਲ ਵੱਧ ਕੰਮ ਕਰਦੇ ਹਾਂ। ਉਹਨਾਂ ਨੂੰ ਤਾਂ ਤੁਸੀਂ ਕਹਿੰਦੇ ਆ ਵੀ ਨਸ਼ੇ ਆ, ਇਹ ਮਾੜੇ ਆ।
ਤੇ ਇਹਨਾਂ ਨੂੰ ਤੁਸੀਂ ਸ਼ਰਾਬ ਨੂੰ ਰੋਜ਼ ਕਹਿੰਦੇ ਆ ਕਿ ਇਹਦੀ ਵਿਕਰੀ ਤੋਂ ਅਸੀਂ ਸਟੇਟ ਚਲਾਵਾਂਗੇ। ਸਟੇਟਾਂ ਇਦਾਂ ਨਹੀਂ ਚੱਲਦੀਆਂ। ਸਟੇਟ ਹਮੇਸ਼ਾ ਸੈਂਟਰ ਦੇ ਨਾਲ ਤਾਲਮੇਲ ਦੇ ਨਾਲ ਚੱਲਦਾ। ਸੋ ਅੱਜ ਜਿਹੜੀ ਬੀਜੇਪੀ ਨੇ ਤੁਸੀਂ ਉਹਨਾਂ ਦੇ ਪੋਸਟਰਾਂ ਤੇ ਬੈਨਰਾਂ ਤੇ ਦੇਖੋ ਜਿਹੜਾ ਸਲੋਗਨ ਦਿੱਤਾ ਪੰਜਾਬ ਦੀ ਇਸ ਇਲੈਕਸ਼ਨ ਨੂੰ, ਡਬਲ ਇੰਜਨ ਸਰਕਾਰ, ਉਹਦਾ ਮਤਲਬ ਹੀ ਇਹ ਹੈ ਕਿ ਜੇ ਉੱਤੇ ਸਰਕਾਰ ਹੈਗੀ ਆ ਭਾਜਪਾ ਦੀ ਤਾਂ ਪੰਜਾਬ ਦੇ ਵਿੱਚ ਵੀ ਭਾਜਪਾ ਦੀ ਸਰਕਾਰ ਬਣਾਈ ਜਾਵੇ ਤਾਂ ਕਿ ਉਹ ਡਬਲ ਇੰਜਨ ਹੋਊਗਾ ਤੇ ਉਹ ਛੋਟੇ ਇੰਜਨ ਨੂੰ ਖਿੱਚ ਕੇ ਵੱਡਾ ਇੰਜਨ ਜਿਹੜਾ ਉਹ ਲੈ ਜਾਊਗਾ। ਔਰ ਸੈਂਟਰ ਜਿਹੜੇ ਆ ਉਹ ਕਰੋੜਾਂ ਰੁਪਈਆਂ ਦੇ ਜਿਹੜੇ ਫੰਡ ਹੈਗੇ ਆ, ਜੇ ਮੋਦੀ ਸਾਹਿਬ ਫਿਰੋਜ਼ਪੁਰ 48,000 ਕਰੋੜ ਦੇ ਫੰਡ ਦੇਣ ਆ ਰਹੇ ਸੀਗੇ, ਪ੍ਰੋਜੈਕਟ ਦੇਣ ਆ ਰਹੇ ਸੀ, ਤਾਂ ਜੇ ਪੰਜਾਬ ਦੇ ਵਿੱਚ ਵੀ ਉਹਨਾਂ ਦੇ ਨਾਲ ਰਲਦੀ ਸਰਕਾਰ ਬਣੂਗੀ ਤਾਂ ਡੈਫੀਨੇਟਲੀ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਪੰਜਾਬ ਨੂੰ ਗਰੋ ਕਰਨ ਵਾਸਤੇ, ਇੱਥੇ ਦੇ ਲੋਕਾਂ ਦੀ ਖੁਸ਼ਹਾਲੀ ਵਾਸਤੇ, ਇੱਥੋਂ ਦੇ ਕਿਸਾਨਾਂ ਦੇ ਕਰਜ਼ੇ ਦੀ ਗੱਲ ਕਰਨਗੇ। ਉਹ ਜਿਹੜੀਆਂ ਮੈਂ ਗੱਲਾਂ ਕਰਕੇ ਆਇਆ ਉਸ ਦਿਨ JP ਨੱਡਾ ਜੀ ਸਾਡੇ ਬਹੁਤ ਸਤਿਕਾਰਯੋਗ ਪ੍ਰਧਾਨ ਨੇ ਭਾਜਪਾ ਦੇ ਆਲ ਇੰਡੀਆ ਦੇ, ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਜਿਹੜੀ ਇੰਡਸਟਰੀ ਆ ਉਹ ਗਰੋ ਹੋਵੇ, ਮੋਗੇ ਨੂੰ ਚੰਗਾ ਸ਼ਹਿਰ ਬਣਾਇਆ ਜਾਵੇ ਔਰ ਮੋਗੇ ਦੇ ਵਿੱਚ ਕੋਈ PGI ਵਰਗਾ, ਕਿਉਂਕਿ ਮੋਗਾ ਪੰਜਾਬ ਦੀ ਧੁਨੀ ਆ। ਜੇ ਸਾਰੀਆਂ ਲਹਿਰਾਂ ਦੇਖਾਂ ਮੈਂ, ਨੈਕਸਲਾਈਟ ਮੂਵਮੈਂਟ, ਅੱਤਵਾਦੀ ਮੂਵਮੈਂਟ, ਬੱਬਰ ਗਦਰੀ ਲਹਿਰ, ਜੋ ਵੀ ਆ, ਚਾਹੇ ਸ਼੍ਰੋਮਣੀ ਅਕਾਲੀ ਦਲ, ਚਾਹੇ BJP, ਚਾਹੇ ਕਾਂਗਰਸ, ਆਪਣੇ ਜਲਸੇ ਇੱਥੋਂ ਸ਼ੁਰੂ ਕਰਦੇ ਆ। ਸੋ ਇੱਥੋਂ ਦੀ ਜਿਹੜਾ ਸੈਂਟਰ ਪਲੇਸ ਕਰਕੇ ਸਾਰਿਆਂ ਨੂੰ ਅਪਰੋਚ ਵੀ ਈਜ਼ੀ ਹੈ। ਸੋ ਮੈਂ ਇਸ ਕਰਕੇ ਉਹਨਾਂ ਨੂੰ ਕਿਹਾ ਕਿ ਮੇਰੇ ਮੋਗੇ ਦੇ ਵਿੱਚ ਜੇ PGI ਉਹ ਬੜਾ ਚੰਡੀਗੜ੍ਹ ਇੱਕ ਪਾਸੇ ਪੈਂਦਾ, ਮੋਗੇ ਦੇ ਵਿੱਚ ਉੱਦਾਂ ਦਾ ਕੋਈ ਜਿਹੜਾ ਪ੍ਰੋਜੈਕਟ ਹਸਪੀਟਲ ਵੱਡਾ ਲਾਇਆ ਜਾਵੇ। ਸੈਂਟਰ ਵਾਸਤੇ ਇਹ ਚੀਜ਼ਾਂ ਮਾਮੂਲੀ ਹੁੰਦੀਆਂ, ਇਹ ਸਟੇਟਾਂ ਵਾਸਤੇ ਬਹੁਤ ਵੱਡੀ ਗੱਲ ਹੈ ਕਿਉਂਕਿ ਉਹਨਾਂ ਨੇ ਮੰਗਣੀਆਂ ਹੀ ਸੈਂਟਰ ਤੋਂ ਹੁੰਦੀਆਂ। ਸੋ ਮੈਂ ਉਹਨਾਂ ਨੂੰ ਇਹ ਮੰਗ ਕੀਤੀ ਹੈ ਕਿ ਮੋਗੇ 'ਚ ਇੱਕ PGI ਵਰਗਾ ਹਸਪੀਟਲ ਹੋਵੇ ਔਰ ਜਿਵੇਂ ਨੈਸਲੇ ਇੱਥੇ ਹੈਗੀ ਆ, ਇੱਦਾਂ ਦੀ ਕੋਈ ਵੱਡੀ ਇੰਡਸਟਰੀ ਆ ਜਾਏ ਜਿਹਦੇ ਨਾਲ ਸਾਡੇ ਬੱਚੇ ਜਿਹੜੇ ਵਿਦੇਸ਼ਾਂ ਨੂੰ ਭੱਜਦੇ ਉਹਨਾਂ ਨੂੰ ਰੁਜ਼ਗਾਰ ਵੀ ਇੱਥੇ ਮਿਲੇ। ਔਰ ਜਿਵੇਂ ਡੇਅਰੀ ਆ, ਉਹਦੇ ਨਾਲ ਇਕੱਲਾ ਉੱਥੇ ਨੌਕਰੀ ਕਰਨ ਵਾਲੇ ਨੂੰ ਰੁਜ਼ਗਾਰ ਨਹੀਂ ਮਿਲਿਆ, ਬਲਕਿ ਜਿਹੜੇ ਲੋਕ ਡੇਅਰੀ ਦਾ ਧੰਦਾ ਕਰਦੇ ਆ ਉਹਨਾਂ ਦਾ ਦੁੱਧ ਪੈਂਦਾ ਉੱਥੇ, ਕਿੰਨੇ ਬੰਦੇ ਉਹਦੇ ਨਾਲ ਸਿੱਧੇ ਤੇ ਅਸਿੱਧੇ ਤੌਰ 'ਤੇ ਜੁੜੇ। ਸੋ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਸੈਂਟਰ ਹੀ ਪੂਰੀਆਂ ਕਰ ਸਕਦਾ। ਸੋ ਮੈਂ ਚਾਹੁੰਦਾ ਕਿ ਮੈਂ ਵੀ ਚਾਹੁੰਦਾ ਕਿ ਪੰਜਾਬ ਦੇ ਵਿੱਚ ਇਸ ਵਾਰ ਤੋਂ ਉਹ ਸਰਕਾਰ ਬਣੇ ਜਿਹਦੀ ਸੈਂਟਰ ਦੇ ਵਿੱਚ ਵੀ ਭਾਈਵਾਲੀ ਹੋਵੇ ਔਰ ਉੱਥੋਂ ਅਸੀਂ ਕਰੋੜਾਂ ਫੰਡ ਲਿਆ ਕੇ, ਮੇਰੇ ਨਾਲ ਜੋ ਮੈਨੂੰ ਉਹਨਾਂ ਨੇ ਵਿਸ਼ਵਾਸ ਦਵਾਇਆ ਨੱਡਾ ਸਾਹਿਬ ਨੇ ਵੀ, ਕਿ ਤੇਰੇ ਇਕੱਲੇ ਪਿੰਡ 'ਚ ਅਸੀਂ ਤਕਰੀਬਨ, ਮੈਨੂੰ ਉਹਨਾਂ ਨੇ ਕਿਹਾ ਵੀ ਤੂੰ 5 ਕਰੋੜ ਦੀ ਜਾਂ ਕਰੋੜ ਦੀ ਨਹੀਂ 500 ਕਰੋੜ ਦੀ ਗੱਲ ਕਰ। ਸੋ ਜੇ ਐਡਾ ਵੱਡਾ ਫੰਡ ਆਉਂਦਾ ਤੇ ਮੇਰੇ 46 ਕੁ ਪਿੰਡ ਆ ਤੇ 50 ਕੁ ਵਾਰਡ ਆ, ਤਕਰੀਬਨ 100 ਬਣਦਾ ਹੈਗਾ ਤੇ 5-5 ਕਰੋੜ ਰੁਪਈਆ ਕਰੀਬ ਇੱਕ ਵਾਰਡ ਨੂੰ ਜਾਂ ਇੱਕ ਪਿੰਡ ਨੂੰ ਆ ਜਾਣਾ। ਸੋ ਇਹ ਕੇਂਦਰ ਵਾਸਤੇ ਮਾਮੂਲੀ ਗੱਲਾਂ ਹੈਗੀਆਂ। ਸੋ ਮੈਂ ਸਮਝਦਾ ਕਿ ਲੋਕ ਬੜੇ ਸਿਆਣੇ ਆ। ਇਸ ਵਾਰ ਉਹ BJP ਨੂੰ ਔਰ ਉਹਦੀਆਂ ਜਿਹੜੀਆਂ ਅਲਾਈਡ ਹੈਗੀਆਂ, ਚਾਹੇ ਉਹ ਢੀਂਡਸਾ ਸਾਹਿਬ ਦੀ ਅਕਾਲੀ ਦਲ ਹੈਗਾ, ਚਾਹੇ ਉਹ ਕੈਪਟਨ ਅਮਰਿੰਦਰ ਸਿੰਘ ਹੋਣਾ ਦਾ ਜਿਹੜਾ ਖਿੱਦੋ ਖੂੰਡੀ ਹੈਗਾ, ਲੋਕ ਕਾਂਗਰਸ ਤੇ ਭਾਜਪਾ ਦਾ ਜਿਹੜਾ ਕਮਲ ਆ ਸਿੱਧੇ ਤੌਰ 'ਤੇ ਚੋਣ ਅੱਜ ਲੜ ਰਿਹਾ, ਇਹਨਾਂ ਨੂੰ ਵੋਟ ਪਾ ਕੇ ਔਰ ਕੇਂਦਰ ਦੇ ਨਾਲ ਦੀ ਸਰਕਾਰ ਬਣਾਉਣਗੇ ਤਾਂ ਕਿ ਪੰਜਾਬ ਮੁੜ ਕੇ ਆਪਣੀਆਂ ਲੀਹਾਂ 'ਤੇ ਖੜਾ ਹੋ ਸਕੇ। ਪ੍ਰਜੋਤ ਜੀ, ਮੇਰਾ ਇੱਕ ਲਾਸਟ ਸਵਾਲ ਹੈ ਕਿ ਕਿੰਨੀਆਂ ਸੀਟਾਂ ਜਿਹੜੀਆਂ ਪੰਜਾਬ ਦੇ ਵਿੱਚ ਭਾਜਪਾ ਤੇ ਜਿਹੜਾ ਗੱਠਜੋੜ ਚੱਲ ਰਿਹਾ ਉਹਨਾਂ ਨੂੰ ਮਿਲ ਜੂਗੀਆਂ? ਦੇਖੋ ਅਜੇ ਮੈਂ ਕੋਈ ਐਡਾ ਐਨਾਲਿਟਿਕ ਨਹੀਂ ਹੈਗਾ, ਮੈਨੂੰ ਇੰਨਾ ਮੈਂ ਕੋਈ ਸਿਆਸੀ ਮਾਹਰ ਨਹੀਂ ਹੈਗਾ, ਪਰ ਮੈਂ ਮੋਟੇ ਤੌਰ 'ਤੇ ਜਿੰਨੀਆਂ ਕਿ ਟਿਕਟਾਂ ਵੰਡੀਆਂ ਮੈਂ ਉਹਦੇ ਵਿੱਚੋਂ ਦੇਖਿਆ ਕਿ ਭਾਜਪਾ ਨੂੰ 25 ਤੋਂ 30 ਸੀਟਾਂ ਤਾਂ ਆਰਾਮ ਨਾਲ ਆਉਂਦੀਆਂ, ਬਾਕੀ ਜਿਹੜੇ ਉਹਨਾਂ ਦੇ ਨਾਲ ਸਾਥੀ ਅਲਾਈਡ ਹੈਗੇ ਨੇ ਉਹਨਾਂ ਨੂੰ ਵੀ ਆਉਣਗੀਆਂ। ਸੋ ਇਹ ਜਿਹੜੇ ਹਾਲਾਤ ਹੈਗੇ ਉਹ ਬੜੀ ਤੇਜ਼ੀ ਨਾਲ ਬਦਲ ਰਹੇ। ਅੱਜ ਮੈਂ ਜਿਹੜੀ ਗੱਲ ਇਹ ਕਰ ਰਿਹਾ, ਮੈਂ ਉਦੋਂ ਦੀ ਗੱਲ ਕਰ ਰਿਹਾ ਜਦੋਂ ਪਿੰਡਾਂ ਦੇ ਵਿੱਚ ਲੋਕ ਜਾਂ ਪੰਜਾਬ ਦੇ ਵਿੱਚ ਲੋਕ ਅਜੇ BJP ਨੂੰ ਇਸ ਤਰੀਕੇ ਨਾਲ ਦੇਖਦੇ ਕਿ ਇਹ ਕਿਸਾਨਾਂ ਦਾ ਵਿਰੋਧ ਸੀ, ਪਰ ਮੈਂ ਰੋਜ਼ ਦੇਖ ਰਿਹਾ, ਰੋਜ਼ ਦਿਨ ਬਦਲ ਰਹੇ। ਮੇਰੇ ਪਿੰਡਾਂ 'ਚੋਂ ਸਰਪੰਚਾਂ ਨੇ BJP ਦਾ ਸਰੋਪਾ ਪਵਾਇਆ ਹੈਗਾ ਮੇਰੇ ਨਾਲ ਔਰ BJP ਦਾ ਮੈਨੂੰ ਬਹੁਤ ਅੱਛਾ ਹੰਗਾਰਾ ਡੇ ਬਾਈ ਡੇ ਵੱਧ ਰਿਹਾ ਹੈਗਾ। ਔਰ ਜੇ ਇਹ ਜਿੱਦਾਂ ਮੈਂ ਜਿਹੜੀ ਗੱਲ ਸ਼ੁਰੂਆਤ ਦੀ ਕੀਤੀ ਆ, ਇੰਨੀਆਂ ਕੁ ਸੀਟਾਂ ਮੈਨੂੰ ਲੱਗਦੀਆਂ ਸੀ ਅੱਜ ਦੀ ਪੋਜੀਸ਼ਨ ਆ ਔਰ ਉਹਦੇ 'ਚੋਂ ਸ਼ਹਿਰੀ ਸੀਟਾਂ ਦੀ ਜ਼ਿਆਦਾ ਮੈਨੂੰ ਲੱਗਦੀ ਸੀਗੀ, ਪਰ ਜਿਵੇਂ ਦਿਨ ਅੱਗੇ ਵੱਧ ਰਹੇ ਆ ਉਹਦੇ ਵਿੱਚ ਹਾਲਾਤ ਬਹੁਤ ਤੇਜ਼ੀ ਨਾਲ ਬਦਲ ਰਹੇ ਆ ਔਰ ਲੋਕ BJP ਨੂੰ ਐਕਸੈਪਟ ਕਰਨ ਲੱਗ ਪਏ ਆ ਔਰ ਅੱਜ ਮੈਨੂੰ ਇਹ ਲੱਗਦਾ ਕਿ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਅੱਛਾ ਗ੍ਰਾਫ ਹੋਊਗਾ ਔਰ ਪੰਜਾਬ ਦੇ ਵਿੱਚ BJP ਇੰਡੀਵਿਜੂਅਲੀ ਆਪਣੇ ਤੌਰ 'ਤੇ ਵੀ ਇਦੋਂ ਵੱਧ ਸੀਟਾਂ ਹੋਰ ਲਿਜਾਊਗੀ
ਔਰ ਜਿਹੜੀਆਂ ਇਹਦੀਆਂ ਸਾਥੀ ਹੈਗੀਆਂ ਜਥੇਬੰਦੀਆਂ, ਕੈਪਟਨ ਅਮਰਿੰਦਰ ਸਿੰਘ ਸਾਹਿਬ ਦੀ, ਢੀਂਡਸਾ ਸਾਹਿਬ ਉਹਨਾਂ ਦੀਆਂ ਸੀਟਾਂ ਰਲਾ ਕੇ ਵੀ ਅੱਛੇ ਮਾਰਜਨ ਨਾਲ ਅਸੀਂ ਵਿਨ ਕਰਾਂਗੇ ਪੰਜਾਬ। ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਮੌਜੂਦ ਸੀ ਹਰਜੋਤ ਕਮਲ, ਜੋ ਕਿ ਮੋਗਾ ਤੋਂ ਬੀਜੇਪੀ ਦੇ ਕੈਂਡੀਡੇਟ ਨੇ ਤੇ ਲੜ ਰਹੇ ਨੇ, ਤੇ ਗੱਲਾਂ ਬਹੁਤ ਹੋਈਆਂ ਤੇ ਕਿਹਾ ਗਿਆ ਕਿ ਬਹੁਤ ਵੱਡੇ ਮਾਰਜਨ ਨਾਲ ਤੇ ਜਿਹੜੀ ਬੀਜੇਪੀ ਦੀ ਸਰਕਾਰ ਹੈ ਉਹ ਪੰਜਾਬ ਦੇ ਵਿੱਚ ਬਣਾਵਾਂਗੇ, ਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਜਿਹੜੀ ਸੱਤਾ ਦੇ ਵਿੱਚ ਸਰਕਾਰ ਹੈ ਕਿਹਦੀ ਆਂਦੀ ਹੈ। ਜੁੜੇ ਰਹੋ ਸਕਰੋਲ ਪੰਜਾਬ ਦੇ ਨਾਲ। ਕੈਮਰਾਮੈਨ ਪੰਕਜ ਸ਼ਰਮਾ ਦੇ ਨਾਲ ਸੌਰਵ ਅਰੋੜਾ ਦੀ ਰਿਪੋਰਟ। ਧੰਨਵਾਦ।